ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਇੱਕ ਯੁੱਧ ਅਭਿਆਸ ਜੋ ਅਮਰੀਕਾ ਕਰਨ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ, ਬਲਕਿ ਸ਼ੁਰੂ ਹੋ ਚੁੱਕਾ ਹੈ, 18 ਅਗਸਤ ਤੱਕ ਹੋਣਾ ਹੈ ਦੁਨੀਆ ਦੇ 22 ਟਾਈਮ ਜ਼ੋਨਸ ਦੇ ਵਿੱਚ, ਜਿਸ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਚਰਚਾ ਕਿ ਇਹ ਤੀਸਰੇ ਵਿਸ਼ਵ ਯੁੱਧ ਦਾ ਅਭਿਆਸ ਤਾਂ ਨਹੀਂ ਹੋਣ ਜਾ ਰਿਹਾ। ਕਿਉਂ ਅਮਰੀਕਾ ਇੱਦਾਂ ਦੀ ਸਥਿਤੀ ਪੈਦਾ ਕਰ ਰਿਹਾ ਹੈ। ਸੋ ਉਹਦੇ ਨਾਲ ਅਮਰੀਕਾ ਦੀ ਜਿਹੜੀ ਬਾਉਂਡਰੀ ਹੈ ਸਾਰੀ ਸਮੁੰਦਰੀ ਇਲਾਕੇ ਦੀ, ਉਹਦੇ ਵਿੱਚ ਰਸ਼ੀਆ ਅਤੇ ਚੀਨ ਦੇ 11 ਨੇਵੀ ਦੇ ਸਮੁੰਦਰੀ ਜਹਾਜ਼ ਆਏ। ਉਹਨਾਂ ਦੀ ਆਪਣੀ ਐਕਸਰਸਾਈਜ਼ ਚੱਲਦੀ ਪਈ ਹੈ ਔਰ ਅਮਰੀਕਾ ਨੇ ਇਹਤਿਆਤ ਵਜੋਂ ਆਪਣੇ 4 ਬੇੜੇ, ਸਮੁੰਦਰੀ ਬੇੜੇ ਭੇਜ ਦਿੱਤੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਉਹ ਸਮਝਦਾ ਕਿ ਤਣਾਅ ਪੈਦਾ ਹੋ ਸਕਦਾ ਹੈ, ਜੋ ਸੈਂਸਿਟਿਵ ਏਰੀਆਜ਼ ਨੇ। ਔਰ ਇਸ ਮੌਕੇ ਦੇ ਉੱਤੇ ਅਮਰੀਕਾ ਨੂੰ ਉਕਸਾਉਣਾ, ਔਰ ਲੱਗਦਾ ਇਹ ਹੈ ਕਿ ਜਿਵੇਂ ਤੀਸਰੇ ਵਿਸ਼ਵ ਯੁੱਧ ਦਾ ਅਭਿਆਸ ਹੈ, ਪਰ ਇੱਦਾਂ ਦੀ ਤਾਂ ਕੋਈ ਰਿਪੋਰਟ ਨਹੀਂ ਮਿਲ ਰਹੀ। ਇਹ ਕਿਆਸ ਰਾਈਆਂ ਨੇ, ਆਪਣੇ ਵੱਲੋਂ ਅੰਦਾਜ਼ੇ ਨੇ, ਵੱਖ-ਵੱਖ ਦੇਸ਼ ਲਗਾਈ ਜਾ ਰਹੇ ਨੇ ਕਿ ਇਹ ਕਿਉਂ ਯੁੱਧ ਅਭਿਆਸ ਹੋਣ ਜਾ ਰਿਹਾ। ਪਰ ਅਮਰੀਕਾ ਨੇ ਆਪਣੀ ਇਹਤਿਆਤ ਵਜੋਂ ਅਮਰੀਕਨ ਨੇਵੀ ਦੀ ਜੋ ਇੰਟੈਲੀਜੈਂਸ ਹੈ ਉਸਨੇ 4 ਸਮੁੰਦਰੀ ਬੇੜੇ ਉੱਥੇ ਭੇਜੇ ਹੋਏ ਨੇ ਔਰ ਹੈਲੀਕਾਪਟਰਸ ਗਸ਼ਤ 'ਤੇ ਨੇ ਔਰ ਨੇਵੀ ਦੇ ਜੋ ਫਾਈਟਰ ਪਲੇਨਸ ਨੇ ਉਹ ਵੀ ਗਸ਼ਤ 'ਤੇ ਨੇ। ਇੱਕ ਤਣਾਅ ਦਾ ਵਾਤਾਵਰਨ ਹੈ ਔਰ ਜੋ ਅਮਰੀਕਾ ਦੀ ਨੇਵੀ ਹੈ ਉਹ ਅਲਰਟ 'ਤੇ ਹੈ। ਔਰ ਇਸ ਦੌਰਾਨ ਬਾਈਡਨ ਸਾਹਿਬ ਨੇ ਪਾਬੰਦੀਆਂ ਲਗਾ ਦਿੱਤੀਆਂ ਚੀਨ ਦੇ ਉੱਤੇ, ਜੋ ਕਿ ਗੱਲ ਪਹਿਲਾਂ ਤੋਂ ਵੀ ਚੱਲਦੀ ਪਈ ਸੀ ਕਿ ਚੀਨ ਦੇ ਵਿੱਚ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਅਤੇ ਹੋਰ ਸੈਂਸਿਟਿਵ ਟੈਕਨੋਲੋਜੀ ਦੇ ਵਿੱਚ ਜੋ ਅਮਰੀਕਾ ਇਨਵੈਸਟ ਕਰਦਾ, ਉਹਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਵੇ। ਪਰ ਉਹ ਪਾਬੰਦੀ ਇੰਨੀ ਕਾਰਗਰ ਸਾਬਿਤ ਨਹੀਂ ਹੋ ਰਹੀ, ਕਿਉਂਕਿ ਮਾਲ ਜੋ ਚੀਨ ਦਾ ਹੈ ਉਹ ਅਮਰੀਕਾ ਫਿਰ ਵੀ ਪਹੁੰਚ ਰਿਹਾ, ਦੂਸਰੇ ਦੇਸ਼ਾਂ ਰਾਹੀਂ ਪਹੁੰਚ ਰਿਹਾ, ਕਿਉਂਕਿ ਅੱਜ ਕੱਲ੍ਹ ਅਸੀਂ ਜਾਣਦੇ ਹਾਂ ਓਪਨ ਮਾਰਕੀਟ ਹੈ। 2 ਚੀਜ਼ਾਂ ਦੇ ਉੱਤੇ ਪੂਰੀ ਜ਼ਿੰਦਗੀ ਟਿਕੀ ਹੋਈ ਹੈ। ਇੱਕ ਮੈਂ ਹਾਂ, ਇੰਡੀਵਿਜੂਅਲਿਜ਼ਮ, ਮੇਰੀ ਹੋਂਦ, ਮੇਰਾ ਕੀ ਮਤਲਬ, ਮੇਰੀ ਜ਼ਿੰਦਗੀ ਦਾ ਕੀ ਮਤਲਬ, ਆਪਣੀ ਜ਼ਿੰਦਗੀ ਦੇ ਮਤਲਬ ਨੂੰ ਤਲਾਸ਼ਣ ਦੀ ਜੋ ਦੌੜ ਹੈ ਆਮ ਆਦਮੀ ਦੇ ਵਿੱਚ, ਆਮ ਲੋਕਾਂ ਦੇ ਵਿੱਚ। ਇੱਕ ਤਾਂ ਉਹ ਹੈ ਜੋ ਸਿਰ ਚੜ੍ਹ ਕੇ ਬੋਲਦੀ ਹੈ ਸਾਰੀ ਦੁਨੀਆ ਦੇ, ਅਤੇ ਦੂਜੀ ਇੱਕ ਫਿਲਾਸਫੀ ਹੈ ਓਪਨ ਮਾਰਕੀਟ। ਕੋਈ ਵੀ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰ ਸਕਦਾ ਹੈ। ਸੋ ਇਸ ਤਹਿਤ ਦੇਖਿਆ ਜਾਵੇ ਤੇ ਅਮਰੀਕਾ ਦੇ ਵਿੱਚ ਚੀਨ ਦਾ ਮਾਲ ਪਹੁੰਚਦਾ ਪਿਆ। ਇਹਦੀਆਂ ਡਿਟੇਲਸ ਕੀ ਨੇ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਭਾਰਤ ਤੇ ਪੰਜਾਬ ਦੇ ਮੁੱਦਿਆਂ ਬਾਰੇ ਵੀ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਜੰਗੀ ਬੇੜਿਆਂ ਦੀ ਗੱਲ ਕੀਤੀ ਹੁਣੇ, ਔਰ ਜਿਹੜੀ ਸੁਪਰ ਪਾਵਰ ਨੇ, ਉਹ ਸੁਪਰ ਪਾਵਰ ਜਿਹੜੀ ਇਹਨਾਂ ਦੀ ਇੱਕ ਲੌਬੀ ਬਣੀ ਆ, ਆਪੋ ਵਿੱਚ ਇਹਨਾਂ ਦਾ ਖਿੱਚੋਤਾਣ ਵੀ ਆ। ਔਰ ਇਸ ਕਰਕੇ ਖਿੱਚੋਤਾਣ ਹੁੰਦਾ ਕਿ ਇਹ ਇੱਕ ਦੂਜੇ ਦੀ ਤਾਕਤ ਨੂੰ ਹਥਿਆਉਣਾ ਚਾਹੁੰਦੇ ਆ, ਇਲਾਕਿਆਂ ਨੂੰ ਹਥਿਆਉਣਾ ਚਾਹੁੰਦੇ ਆ। ਇਹ ਆਪਣੇ ਇਲਾਕੇ ਨਾਲ ਨਹੀਂ ਰੱਜਦੇ। ਰਸ਼ੀਆ ਕੋਲ ਇੰਨਾ ਵੱਡਾ ਖੇਤਰਫਲ ਆ, ਇੰਨਾ ਵੱਡਾ ਦੇਸ਼ ਆ, ਫਿਰ ਵੀ ਉਹ ਕਦੀ ਅਫਗਾਨਿਸਤਾਨ, ਕਦੀ ਚਾਈਨਾ, ਕਦੀ ਹਿੰਦੁਸਤਾਨ, ਕਦੀ ਕਿਸੇ ਦੇਸ਼ ਵਿੱਚ। ਔਰ ਅਮਰੀਕਾ ਕੋਲ ਕਿੰਨੇ 50 ਰਾਜ ਹੈਗੇ, ਇੱਕ ਵੱਡੇ ਸਟੇਟ ਹੈਗੇ ਆ। ਚਾਈਨਾ ਕੋਲ ਤਾਂ ਚਲੋ ਨਫਰੀ ਜ਼ਿਆਦਾ, ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ, ਉਹਨੂੰ ਇਲਾਕਾ ਚਾਹੀਦਾ ਵਾ, ਕਦੀ ਨਾਈਜੀਰੀਆ ਵਾਲੇ ਪਾਸੇ, ਕਦੀ ਹਿੰਦੁਸਤਾਨ ਵਾਲੇ ਪਾਸੇ, ਕਦੀ ਪਾਕਿਸਤਾਨ ਵਾਲੇ ਪਾਸੇ। ਸਾਰੀਆਂ ਸਰਹੱਦਾਂ ਨੂੰ ਕਾਬੂ ਵਿੱਚ ਲੈ ਕੇ ਆਪ ਇਹ ਚਾਹੁੰਦੇ ਆ ਕਿ ਅਸੀਂ ਸੁਪਰ ਪਾਵਰ ਬਣੇ ਰਹੀਏ ਔਰ ਜਿਹੜੀਆਂ ਮਾਰਕੀਟ ਨੇ ਸਾਡੀਆਂ ਮੰਡੀਆਂ ਉਸੇ ਤਰ੍ਹਾਂ ਸਥਿਤ ਰਹਿਣ, ਸਾਡੇ ਹਥਿਆਰ ਵਿਕਦੇ ਰਹਿਣ, ਤਾਂ ਅਸੀਂ ਇਹਨਾਂ 'ਤੇ ਆਪਣਾ ਰੋਹਬ ਜਮਾਉਂਦੇ ਰਹੀਏ ਅਤੇ ਲੜਾਈਆਂ ਕਰਦੇ ਰਹੀਏ। ਅਤੇ ਇਹ ਗੱਲਾਂ ਸਾਰੀਆਂ ਹੈਗੀਆਂ ਕਿਉਂਕਿ ਜਿਹੜੀ ਤੁਸੀਂ ਕਹਿੰਦੇ ਹਿਊਮਨ ਸਾਈਕੀ ਆ ਉਹਨਾਂ ਦੇ ਅੰਦਰ। ਅਧਿਕਾਰੀ ਕੋਈ ਵੀ ਹੋਵੇ, SHO ਕੋਈ ਵੀ ਆ ਜਾਏ, ਉਹਨੇ 10 ਨੰਬਰੀਏ ਫੜਨੇ ਆ, ਲੋਕਾਂ 'ਤੇ ਕੇਸ ਦਾਇਰ ਕਰਨੇ ਆ, ਉਹਨਾਂ ਨੂੰ ਮੁਕੱਦਮੇ ਦਰਜ ਕਰਨੇ ਆ, FIR ਲੌਜ ਕਰਨੀਆਂ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਮਨ ਵਿੱਚ ਹੁੰਦੀਆਂ, ਉਹਨਾਂ ਨੂੰ ਟ੍ਰੇਨਿੰਗ ਇਹ ਦਿੱਤੀ ਜਾਂਦੀ ਹੈ। ਇਹ ਹਿਊਮਨ ਸਾਈਕੀ ਹੈ, ਇਹ ਮਾਨਸਿਕਤਾ ਲੋਕਾਂ ਦੀ, ਔਰ ਜਿਸ ਤੋਂ ਲੋਕ, ਗਰੀਬ ਲੋਕ, ਆਮ ਲੋਕ, ਉਹ ਪਰੇਸ਼ਾਨ ਹੁੰਦੇ ਆ। ਔਰ ਇਹਦੇ ਵਿੱਚ ਜਿਹੜੀ ਮੈਂ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੋ ਚੀਨੀ ਨਿਵੇਸ਼ ਹੈ ਉਹ ਨੀਤੀ ਬੇਅਸਰ ਹੋ ਰਹੀ ਹੈ, ਕਿਉਂਕਿ ਹੋਰਾਂ ਦੇਸ਼ਾਂ ਰਾਹੀਂ ਅਮਰੀਕਾ ਵਿੱਚ ਚੀਨ ਦਾ ਮਾਲ ਪਹੁੰਚ ਰਿਹਾ ਹੈ। ਇਹਦੀਆਂ ਕੀ ਡਿਟੇਲਸ ਨੇ? ਹਾਂ, ਇਹ ਤੁਸੀਂ ਹੁਣੇ ਜ਼ਿਕਰ ਕੀਤਾ। ਇਹਦੇ ਵਿੱਚ ਇਹਦੀ ਡਿਟੇਲ ਇਹ ਹੈਗੀਆਂ ਕਿ ਜਦੋਂ ਬਾਈਡਨ ਸਾਹਿਬ ਨੇ ਹੁਣੇ 9 ਤਰੀਕ ਨੂੰ ਐਲਾਨ ਕਰ ਦਿੱਤਾ ਕਿ ਨਿਵੇਸ਼ ਸਾਡਾ ਬੰਦ ਆ, ਅਸੀਂ ਚਾਈਨਾ ਦੀ ਕੋਈ ਚੀਜ਼ ਨਾਲ ਭੇਜਣੀ, ਨਾਲ ਲਿਆਉਣੀ ਆ, ਆਯਾਤ ਨਿਰਯਾਤ ਜਿਹਨੂੰ ਕਹਿੰਦੇ ਆ, ਐਕਸਪੋਰਟ ਇੰਪੋਰਟ ਸਾਡਾ ਬੰਦ ਹੋ ਗਿਆ, ਅਸੀਂ ਨਹੀਂ ਕਰਾਂਗੇ ਇਹਨਾਂ ਨਾਲ। ਕਿਉਂਕਿ ਚਾਈਨਾ ਜਿਹੜਾ ਉਹਦੀ ਵੀ ਬੜੀ ਮੰਡੀ ਜਿਹੜੀ ਹੈ ਵੱਡੀ ਆ। ਉਹਦਾ ਸਮਾਨ ਜਿਹੜਾ ਟੈਕਨੋਲੋਜੀ ਦਾ, ਮਾਡਰਨ ਟੈਕਨੋਲੋਜੀ ਦਾ, ਜਾਂ ਜੋ ਇਲੈਕਟ੍ਰੋਨਿਕਸ ਦਾ ਸਮਾਨ ਆ, ਜਾਪਾਨ ਨੂੰ ਪਛਾੜ ਕੇ ਉਹ ਅੱਗੇ ਨਿਕਲਿਆ। ਉਹਦੀਆਂ ਸਾਰੀਆਂ ਚੀਜ਼ਾਂ ਸਾਰੇ ਦੇਸ਼ਾਂ ਵਿੱਚ ਵਿਕਦੀਆਂ, ਹਿੰਦੁਸਤਾਨ 'ਚ ਵੀ ਵਿਕਦੀਆਂ, ਇੰਡੀਆ 'ਚ, ਸਾਰੇ ਪਾਸੇ ਉਹਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਦੀਵਾਲੀ ਆ ਜਾਏ ਜਦੋਂ, ਲਾਈਟਾਂ ਉਹਨਾਂ ਦੀਆਂ, ਤਾਰਾਂ ਉਹਨਾਂ ਦੀਆਂ, ਹੈ ਨਾ, ਬਿਜਲੀ ਉਹਨਾਂ ਦੀ, ਸਾਰੀਆਂ ਸਮਾਨ ਉਹਨਾਂ ਦਾ। ਸਾਡੇ ਸਾਈਕਲ ਦੀਆਂ ਇੰਡਸਟਰੀਆਂ ਸਾਰੀਆਂ ਖਤਮ ਕਰਤੀਆਂ ਉਹਨਾਂ ਨੇ। ਸਾਈਕਲ ਇੱਥੇ ਆ ਗਏ ਆ ਔਰ ਖਿਡੌਣੇ ਇੱਥੇ ਆ ਗਏ ਆ, ਇਲੈਕਟ੍ਰੋਨਿਕਸ ਦਾ ਸਮਾਨ ਇੱਥੇ ਆ ਗਿਆ, ਬਿਜਲੀ ਦਾ ਸਮਾਨ ਇੱਥੇ ਆ ਗਿਆ, ਪਤੰਗਾਂ ਉਡਾਉਣ ਵਾਲੀ ਧਾਗਾ ਇੱਥੇ ਆ ਗਿਆ। ਲੋਕਾਂ ਦੇ ਗਲੇ ਵੱਢੇ ਜਾ ਰਹੇ ਆ। ਅਸੀਂ ਵੀ ਤਾਂ ਇਸ ਤੋਂ ਪਰੇਸ਼ਾਨ ਹੈ ਔਰ ਅਮਰੀਕਾ ਵੀ ਪਰੇਸ਼ਾਨ ਹੈ ਇਸ ਗੱਲ ਤੋਂ, ਕਿਉਂਕਿ ਉਹ ਚਾਈਨਾ ਜਿਹੜਾ ਛਾ ਗਿਆ ਮਾਡਰਨ ਟੈਕਨੋਲੋਜੀ ਦੇ ਨਾਲ। ਘਰ ਵਿੱਚ ਸਾਰਾ ਸਮਾਨ ਬਣਦਾ, ਘੜੀਆਂ, ਮੋਬਾਈਲ, ਸਾਰਾ ਸਮਾਨ ਉੱਥੇ ਹੈ। ਨਹੀਂ ਤਾਂ ਪਹਿਲੋਂ ਘੜੀਆਂ ਜਿਹੜੀ ਸੀ ਜਾਪਾਨ ਤੋਂ ਆਉਂਦੀਆਂ ਸੀ, ਜਾਪਾਨ ਨੂੰ ਪਛਾੜ ਦਿੱਤਾ ਨੇ ਅਤੇ ਆਪ ਅੱਗੇ ਨਿਕਲ ਗਿਆ।
ਪਾਪੂਲੇਸ਼ਨ ਆ, ਕਾਟੇਜ ਇੰਡਸਟਰੀ ਆ, ਘਰਾਂ 'ਚ ਇੰਡਸਟਰੀ ਲਾਈ ਹੈਗੀ ਆ। ਇਸ ਕਰਕੇ ਅਮਰੀਕਾ ਨੂੰ ਇਹਦਾ ਖਤਰਾ ਜਾਪ ਪਿਆ। ਇੱਕ ਪਾਸੇ ਤੋਂ ਉਹਨੇ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ, ਯੁੱਧ ਅਭਿਆਸ ਸ਼ੁਰੂ ਕਰ ਦਿੱਤਾ, ਦੂਜੇ ਪਾਸੇ ਮਾਡਰਨ ਟੈਕਨੋਲੋਜੀ ਦਾ ਨਿਵੇਸ਼ ਜਿਹੜਾ ਸੀ ਉੱਤੇ ਪਾਬੰਦੀ ਲਾਤੀ ਹੈ। ਪਰ ਜਿਹੜਾ ਜ਼ਿਕਰ ਤੁਸੀਂ ਕੀਤਾ ਕਿ ਹੁਣ ਇਹ ਬੇਅਸਰ ਇਸ ਕਰਕੇ ਹੋ ਗਿਆ ਕਿ ਏਸ਼ੀਅਨ ਕੰਟਰੀਆਂ ਰਾਹੀਂ ਸਮਾਨ ਫਿਰ ਅਮਰੀਕਾ ਜਾ ਰਿਹਾ, ਕਿਉਂਕਿ ਅਮਰੀਕਾ ਆਤਮ ਨਿਰਭਰ ਨਹੀਂ ਇਹਨਾਂ ਚੀਜ਼ਾਂ 'ਤੇ। ਜਿਹੜੀਆਂ ਚਿਪਸ ਬਣਦੀਆਂ, ਮੋਬਾਈਲ ਬਣਦੇ ਆ, ਔਰ ਜੋ ਮਾਡਰਨ ਟੈਕਨੋਲੋਜੀ ਦਾ ਕੋਈ ਸਮਾਨ ਬਣਦਾ ਅਮਰੀਕਾ 'ਚ ਨਹੀਂ ਬਣਦਾ, ਇਹਨੂੰ ਚਾਈਨਾ ਤੋਂ ਲੈਣਾ ਪੈਂਦਾ। ਔਰ ਹਿੰਦੁਸਤਾਨ ਵੀ ਲੈਂਦਾ ਹੈਗਾ। ਜਿੰਨੇ ਮੋਬਾਈਲ ਹੈ ਸਾਡੇ ਕੋਲ ਇਹਦੇ ਚਾਈਨਾ ਦੇ ਹੈਗੇ ਆ, ਜੋ ਖੇਡਣ ਦੀਆਂ ਚੀਜ਼ਾਂ ਹੈ ਸਾਡੇ ਕੋਲ ਚਾਈਨਾ ਦੀਆਂ ਹੈਗੀਆਂ। ਜੋ ਸਮਾਨ ਆ ਇੱਕ ਦਿੰਦਾ ਸਸਤਾ ਹੈ, ਮਾਰਕੀਟ ਨਾਲੋਂ ਬਹੁਤ ਥੱਲੜੇ ਰੇਟ 'ਤੇ। ਦੂਜਾ ਗਰੰਟਡ ਨਹੀਂ ਹੁੰਦਾ, ਗਰੰਟੀ ਕੋਈ ਨਹੀਂ ਹੁੰਦੀ। ਅੱਜ ਵਿਗੜ ਗਿਆ, ਕੱਲ੍ਹ ਵਿਗੜ ਗਿਆ, ਪਰਸੋਂ ਟੁੱਟ ਗਿਆ, ਜਦੋਂ ਮਰਜ਼ੀ ਟੁੱਟ ਗਿਆ। ਪਰ ਲੋਕਾਂ ਨੇ ਸ਼ੋਅ ਆਫ ਲਈ, ਲੋਕਾਂ ਨੇ ਆਪਣੇ ਖਿਡੌਣੇ ਬੱਚਿਆਂ ਲਈ, ਸਾਈਕਲ ਸਾਰਾ ਕੁਝ ਲੈਂਦੇ। ਬੱਚੇ ਵੀ ਫਿਰ ਜਵਾਨ ਹੋ ਜਾਂਦੇ ਆ। ਬੱਚੇ ਨੇ ਅੱਜ ਖੇਡਿਆ, ਮੁੜ ਕੇ ਕੱਲ੍ਹ ਉਹਦੇ ਨਾਲ ਨਹੀਂ ਖੇਡਣਗੇ। ਫਿਰ ਬੱਚੇ ਜਦੋਂ ਵੱਡੇ ਹੋ ਜਾਂਦੇ ਆ, ਬੱਚੇ ਨੂੰ ਤਾਂ ਜਿਹੜੀ ਸ਼ੂਜ਼ ਲੈ ਕੇ ਦਿੰਦੇ ਉਹ ਨਹੀਂ ਮੇਚ ਆਉਂਦੀ। ਕੱਪੜੇ ਜਿਹੜੇ ਵੱਡੇ ਹੋ ਜਾਂਦੇ, ਨਿੱਕੇ ਹੋ ਜਾਂਦੇ ਆ, ਉਹ ਲੋਕਾਂ ਨੂੰ ਦਾਨ ਕਰਨੇ ਪੈਂਦੇ ਆ। ਇਸ ਕਰਕੇ ਚਾਈਨਾ ਮਾਰਕੀਟ ਵਿੱਚ ਇਸ ਵੇਲੇ ਪੂਰਾ ਪ੍ਰਬਲ ਹੈ, ਇਹ ਬਹੁਤ ਛਾਇਆ ਪਿਆ। ਔਰ ਇਸੇ ਕਰਕੇ ਇਹਨੇ ਕਿਹਾ ਕਿ ਜਦੋਂ ਇਸ ਵਿਰੋਧਤਾ ਨੂੰ ਦੂਰ ਕਰਨ ਲਈ ਅਮਰੀਕਾ ਨੇ ਸਾਰਾ ਕੁਝ ਉੱਤੇ ਬੈਨ ਕਰ ਦਿੱਤਾ ਸੀਗਾ। ਪਰ ਇਹ ਬੈਨ ਜਿਹੜਾ ਕੀਤਾ ਕੰਮ ਹੈ ਬਿਲਕੁਲ ਬੇਅਸਰ, ਬੇਸਹਾਰਾ ਹੋ ਗਿਆ, ਕਿਉਂਕਿ ਚਾਈਨਾ ਦਾ ਮਾਲ ਜਿਹੜਾ ਫਿਰ ਕਿਸੇ ਰਸਤੇ ਰਾਹੀਂ ਅਮਰੀਕਾ 'ਚ ਪਹੁੰਚ ਰਿਹਾ। ਜਿਹੜੀ ਏਸ਼ੀਅਨ ਕੰਟਰੀ ਹਨ ਉਹਨਾਂ ਵਿੱਚ ਕੁਝ ਕੰਟਰੀ ਹੈਗੀਆਂ ਜਿਹੜੇ ਮਿੱਤਰ ਦੇਸ਼ ਨੇ, ਉਹਨਾਂ ਕੋਲ ਲੌਬੀ ਬਣਾਈਆਂ ਨੇ ਚਾਈਨਾ ਨੇ, ਉਹਨਾਂ ਰਾਹੀਂ ਮਾਲ ਉਹਨਾਂ ਨੂੰ ਦਿੰਦਾ ਸਸਤਾ। ਔਰ ਮਾਰਕੀਟਿੰਗ ਜਿਹੜੀ ਹੈਗੀ ਉਹਨਾਂ ਦਾ ਕਰੋ ਉੱਥੇ ਅਮਰੀਕਾ ਜਾ ਕੇ। ਅਮਰੀਕਾ ਮੇਰੇ ਕੋਲ ਡਾਇਰੈਕਟ ਨਹੀਂ ਲੈ ਰਿਹਾ, ਇਨਡਾਇਰੈਕਟ ਲੈ ਲੇ, ਸਿੱਧੇ ਤੌਰ 'ਤੇ ਨਹੀਂ, ਸਿੱਧੇ ਤੌਰ 'ਤੇ ਅਮਰੀਕਾ ਸਮਾਨ ਲੈ ਕੇ ਆਪਣਾ ਕੰਮ ਕਰ ਰਿਹਾ, ਕਿਉਂਕਿ ਉਹਦੇ 50 ਸਟੇਟ ਹੈ। ਔਰ ਅਮਰੀਕਾ 'ਚ ਵੇਲੜ ਬਹੁਤ ਬੈਠੇ ਆ, ਕੰਮ ਕਰਕੇ ਕੋਈ ਰਾਜੀ ਨਹੀਂ ਹੈ। ਸੁਪਰ ਕੰਟਰੀ ਹੈਗਾ, ਪੈਸਾ ਉਹਨਾਂ ਕੋਲ ਬਹੁਤ ਜ਼ਿਆਦਾ ਹੈਗਾ। ਬੈਂਕਾਂ ਦਾ ਨਿਗਾਰ ਹੋ ਗਿਆ, ਬੈਂਕਾਂ ਥੱਲੇ ਚਲੇ ਗਈਆਂ, ਕੰਪਨੀਆਂ ਵੀ ਡਾਊਨ ਚਲੇ ਗਈਆਂ। ਇਸ ਕਰਕੇ ਕਹੀਆਂ ਕਿ ਲੋਕਾਂ ਦਾ ਕਲਚਰ ਕੰਮ ਦਾ ਨਹੀਂ ਹੈਗਾ। ਸਾਡੇ ਪੰਜਾਬੀ ਲੋਕ ਬਹੁਤ ਕੰਮ ਕਰ ਰਹੇ ਆ। ਹਿੰਦੁਸਤਾਨ ਤੋਂ ਜਿੰਨੇ ਗਏ ਆ, ਕੇਰਲਾ ਦੇ ਮੁੰਡੇ ਆ, ਮਦਰਾਸ ਦੇ ਆ, ਕਰਨਾਟਕਾ ਦੇ ਆ, ਮੱਧ ਪ੍ਰਦੇਸ਼ ਤੋਂ ਆ, ਯੂਪੀ ਬਿਹਾਰ ਤੋਂ, ਸਾਰੇ ਮੁੰਡੇ ਉੱਥੇ ਜਿੰਨੇ ਯੂਥ ਆ ਕੰਮ ਕਰ ਰਹੇ ਆ। ਉਹ ਹੁਣ ਕਮਾਈ ਸਾਡੀ ਖਾ ਰਹੇ ਆ, ਆਪ ਨਹੀਂ ਕੰਮ ਕਰਦੇ। ਜਦੋਂ ਵੱਡਾ ਬੰਦਾ ਬਣ ਜਾਂਦਾ ਨਾ, ਉਹਨੇ ਆਪਣੇ ਨੌਕਰ ਰੱਖ ਲੈਂਦਾ, ਕੰਮ ਹੀ ਰੱਖ ਲੈਂਦਾ। ਉਹਨੂੰ ਕਿਉਂ ਸੁੱਤਾ ਰਹਿੰਦਾ, ਘਰਾੜੇ ਮਾਰਦਾ, ਉਹਨੇ ਤੇ ਕੁੰਭ ਕਰਨ ਦੀ ਨੀਂਦੇ ਸੌਂ ਜਾਂਦਾ। ਉਹਨੂੰ ਤਾਂ ਲੋੜ ਨਹੀਂ ਹੁੰਦੀ, ਪੈਸਾ ਆ ਰਿਹਾ, ਰੋਟੀ ਆ ਰਹੀ ਹੈ, ਸਾਰਾ ਕੁਝ ਆ ਰਿਹਾ, ਹੈਲਥ ਫ੍ਰੀ ਆ, ਪੜ੍ਹਾਈ ਫ੍ਰੀ ਆ, ਮੈਡੀਕਲ ਸਾਰਾ ਫ੍ਰੀ ਆ। ਉਹਨੂੰ ਕੀ ਲੋੜ ਹੈਗਾ ਕੰਮ ਕਰਨ ਦੀ। ਸਾਡੇ ਲੋਕਾਂ ਕੋਲ ਲੋੜਾਂ ਜ਼ਰੂਰੀ ਪੂਰੀਆਂ ਕਰਨੀਆਂ। ਸਾਡੇ ਕੋਲ ਜੁਆਇੰਟ ਫੈਮਿਲੀ ਆ। ਅਸੀਂ ਚਾਹੁੰਦੇ ਹਾਂ ਇੱਕ ਬੰਦਾ ਕਮਾਉਂਦਾ, 5 ਬੰਦੇ ਖਾਂਦੇ ਹੈਗੇ। ਜੇ ਅਮਰੀਕਾ 'ਚ ਇੱਕ ਬੰਦਾ ਬੈਠਾ, ਉਹਦੇ 15 ਬੰਦੇ ਇੱਥੇ ਵੀ ਬੈਠੇ ਆ, ਵਿਆਹ ਦੇ ਵੀ ਆਉਂਦਾ, ਕੰਮ ਲਈ ਵੀ ਆਉਂਦਾ, ਬੱਚਿਆਂ ਦੇ ਪੜ੍ਹਾਈ 'ਤੇ ਵੀ ਖਰਚ ਕਰਦਾ। ਔਰ ਇਸ ਕਰਕੇ ਆਉਂਦਾ, ਕਮਾਉਂਦੇ ਉੱਥੇ ਆ, ਕਮਾਈ ਇੱਥੇ ਭੇਜਦੇ ਆ। ਸਾਡੇ ਜਿੰਨੇ NRI ਵੀਰ ਹੈਗੇ ਆ, ਕਈਆਂ ਦੇ ਪਰਿਵਾਰ ਉੱਥੇ ਗਏ ਆ, ਪਰ ਕਈਆਂ ਦੇ ਪਰਿਵਾਰ ਇੱਥੇ ਆ, ਪੰਜਾਬ ਵਿੱਚ ਨਿਵੇਸ਼ ਕਰਦੇ ਹੋ। ਇਸ ਕਰਕੇ ਅਮਰੀਕਾ ਦੇ ਸਾਰੇ ਲੋਕ ਇਸ ਗੱਲੋਂ ਦੁਖੀ ਹੈਗਾ ਕਿ ਨਿਵੇਸ਼ ਜਿਹੜਾ ਬੰਦ ਤਾਂ ਕੀਤਾ ਸੀ, ਪਰ ਉਹ ਫਿਰ ਸਮਾਨ ਉੱਥੇ ਆ ਰਿਹਾ। ਸਮਾਨ ਇਸ ਕਰਕੇ ਆ ਰਿਹਾ ਦੂਜੇ ਰਾਸਤੇ, ਚੋਰ ਮੋਰੀਆਂ ਰਹੀ ਆ ਰਿਹਾ। ਇਹ ਹੈ, ਦੇਖੋ ਹਰ ਥਾਂ ਦੇ ਉੱਤੇ ਬਿਜ਼ਨਸ ਹੈ। ਬਿਲਕੁਲ। ਜਿਹੜਾ ਇਹ ਆਰਮੀ ਦਾ ਵੀ ਦਬਦਬਾ ਬਣਾਉਂਦੇ ਨੇ, ਉਹ ਵੀ ਐਕਚੁਅਲੀ ਬਿਜ਼ਨਸ ਨੂੰ ਸਪੋਰਟ ਕਰਨਾ। ਸਹੀ ਗੱਲ, ਰੋਬ ਹਰ ਥਾਂ ਦੇ ਉੱਤੇ ਬਿਜ਼ਨਸ ਹੈ ਨੈਚੁਰਲੀ। ਔਰ ਇੰਡੀਆ ਨੇ ਸਰਵਿਸ ਸੈਕਟਰ ਚੁਣ ਲਿਆ, ਔਰ ਚਾਈਨਾ ਨੇ ਚੁਣਿਆ ਕਿ ਜਿਹੜੀਆਂ ਛੋਟੀਆਂ ਆਈਟਮਸ ਨੇ ਬਣਾਈਆਂ ਜਾਂਦੀਆਂ ਨੇ। ਔਰ ਬੜੀ ਖੂਬਸੂਰਤ ਗੱਲ ਇਹ ਹੈ, ਦੇਖੋ ਚਾਈਨਾ ਧਾਰਮਿਕ ਦੇਸ਼ ਨਹੀਂ ਹੈ, ਪਰ ਦੁਨੀਆ ਦੇ ਵਿੱਚ ਜਿੱਥੇ ਧਾਰਮਿਕ ਉਤਸਵ ਹੁੰਦੇ ਨੇ, ਉੱਥੇ ਸਾਰੀਆਂ ਮੂਰਤੀਆਂ ਚੀਨ ਤੋਂ ਬਣ ਕੇ ਪਹੁੰਚਦੀਆਂ ਨੇ। ਸੋ ਕਮਾਲ ਦੀ ਉਹ ਸਟ੍ਰੈਟਜੀ ਹੈ, ਕਮਾਲ ਦੀ ਸੋਚ ਹੈ ਕਿ ਉਹ ਦੇਖਦੇ ਕਿ ਬਿਜ਼ਨਸ ਦਾ ਮੌਕਾ ਕਿੱਥੇ ਹੈ, ਕਿੱਧਰ ਨੂੰ ਉਹ ਦੇਸ਼ ਵੱਧ ਰਿਹਾ, ਕੀ ਉਹਦੀ ਗਲਤਫਹਿਮੀਆਂ ਕੀ ਹੈਗੀਆਂ, ਉੱਤੇ ਕੀ ਕੁਝ ਨਿਵੇਸ਼ ਕੀਤਾ ਜਾ ਸਕਦਾ, ਕੀ ਕੁਝ ਭੇਜਿਆ ਜਾ ਸਕਦਾ। ਸਾਡਾ ਇੰਡੀਆ 'ਚ ਅਸੀਂ ਧਰਮ ਦੇ ਵਿੱਚ ਹੀ ਉਲਟ ਪੁਲਟ ਹੋ ਗਏ, ਧਰਮ ਦੇ ਨਾਲ ਹੀ ਸਾਡਾ ਹੈਗਾ। ਕਿੰਨੀਆਂ ਸਾਡੇ ਰੈਲੀਆਂ ਦੇ ਵਿੱਚ ਕਿੰਨੇ ਸਾਡੇ ਭਜਨ ਮੰਡਲੀਆਂ, ਕਿੰਨਾ ਕੁਝ ਹੈਗਾ। ਕੰਮ ਦਾ ਕਲਚਰ ਸਾਡੇ ਇੰਡੀਆ 'ਚ ਵੀ ਘਟ ਗਿਆ, ਬਹੁਤ ਘਟ ਗਿਆ ਪਹਿਲਾਂ ਨਾਲੋਂ। ਪਹਿਲਾਂ ਹੁੰਦਾ ਸੀ ਗੋਡ ਇਜ਼ ਵਨ ਵਾਲਾ ਕਨਸੈਪਟ ਚੱਲਦਾ ਸੀ, ਹੁਣ ਗੋਡ ਇਜ਼ ਡਿਫਰੈਂਟ। ਕਈ ਤਰ੍ਹਾਂ ਦੇ ਗੋਡ ਹੈਗੇ, ਕਈ ਦੇ ਦੇਹਧਾਰੀ ਗੁਰੂ ਬੈਠੇ ਆ, ਕਈ ਉੱਥੇ ਮੱਥਾ ਟਿਕਾਉਂਦੇ ਆ, ਵਿਹਲੜ ਲੋਕ ਬੈਠੇ ਆ, ਕਈ ਕੁਝ ਖਾ ਰਹੇ ਆ। ਕਿੰਨੇ ਡੇਰੇ ਹੈਗੇ, 12,000 ਡੇਰੇ ਸਾਡੇ ਪੰਜਾਬ ਦੇ ਵਿੱਚ ਹੀ ਹੈਗੇ। ਬਾਕੀ ਦੇਖ ਲਓ ਕਿੰਨੇ ਹੈਗੇ। ਯੂਪੀ ਬਿਹਾਰ ਵੀ ਨਹੀਂ ਬਚਿਆ। ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰ ਰਹੀਏ, ਉੱਥੇ ਵੀ ਇਹੀ ਕੁਝ ਹੈਗਾ। ਪਾਣੀ ਨੂੰ ਅਸੀਂ ਪੂਜਦੇ ਅਜੇ ਤੱਕ। ਅਸੀਂ ਉੱਥੇ ਦਰਿਆਵਾਂ 'ਤੇ ਜਾਂਦੇ ਹਾਂ, ਨਦੀਆਂ 'ਤੇ ਜਾਂਦੇ ਹਾਂ, ਮੁੰਡਨ ਹੁੰਦੇ ਆ, ਕਈ ਕੁਝ ਹੁੰਦਾ। ਪਰ ਹੈ ਇਸ਼ਟ ਨੂੰ ਪੂਜਾ ਤਾਂ ਜ਼ਰੂਰੀ ਹੈ, ਪਰ ਕਈ ਥਾਈਂ ਜਾ ਕੇ ਸਾਡੀ ਆਮਦਨ ਦਾ 99% ਸਾਡਾ ਉਧਰ ਹੀ ਖਰਚਾ ਹੋ ਰਿਹਾ। ਐਗਜ਼ੈਕਟਲੀ। ਔਰ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਰਾਜਨੀਤੀ ਦਾ ਆਧਾਰ ਬਣਦੀਆਂ ਪਈਆਂ ਨੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜੋ ਮਨੀਪੁਰ ਦੀ ਘਟਨਾ ਹੈ, ਹਰਿਆਣਾ ਦੀ ਘਟਨਾ ਹੈ, ਹੁਣ ਆਪਾਂ ਮਨੀਪੁਰ ਦੀ ਘਟਨਾ ਦੀ ਗੱਲ ਕਰਾਂਗੇ ਕਿ ਨੋ ਮੋਸ਼ਨ, ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਈ ਓਪੋਜੀਸ਼ਨ, ਔਰ ਪ੍ਰਧਾਨ ਮੰਤਰੀ ਆਏ ਨੇ ਔਰ ਉਹਨਾਂ ਨੇ ਲੋਕ ਸਭਾ ਦੇ ਵਿੱਚ ਬੋਲੇ ਨੇ, ਔਰ ਉਹਨਾਂ ਨੇ ਜ਼ਿਕਰ ਕੀਤਾ ਹੈ ਮਨੀਪੁਰ ਦਾ ਵੀ। ਪਰ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਸਿਰਫ 2 ਮਿੰਟ ਹੀ ਉਹ ਬੋਲੇ ਨੇ ਮਨੀਪੁਰ ਦੇ ਉੱਤੇ,
ਬਾਕੀ ਤੇ ਫਿਰ ਉਹਨਾਂ ਨੇ ਜੁਮਲੇ ਹੀ ਸੁਣਾਏ ਨੇ। ਆਹ ਅੱਛਾ, ਉਹ ਗੱਲ ਹੈ। ਸੋ ਇਹ ਹੁਣ ਇੱਕ ਨਵੀਂ ਗੱਲ ਆਹ ਰਾਹੁਲ ਗਾਂਧੀ ਕਹਿ ਰਹੇ ਨੇ। ਰਾਹੁਲ ਗਾਂਧੀ ਵੀ ਉਦੋਂ ਹਾਜ਼ਰ ਸੀ ਉੱਥੇ ਜਦੋਂ ਇਹ ਬੋਲੇ ਆ ਨਾ, ਔਰ ਉਹਨਾਂ ਨੇ 13 ਮਿੰਟ ਦਾ ਭਾਸ਼ਣ ਹੈਗਾ ਤੇ 2 ਮਿੰਟ ਉਹ ਵੀ ਐਂਡ ਤੇ ਮਨੀਪੁਰ ਲਈ ਉਹਨਾਂ ਨੇ ਕਿਹਾ ਬੋਲਿਆ, ਔਰ ਲੋਕਾਂ ਨੇ ਸੁਣਿਆ ਵੀ ਹੈਗਾ, ਔਰ ਉਹਦੇ ਵਿੱਚ ਬਾਕੀ ਹਸਾਇਆ ਇਹਨਾਂ ਨੇ, ਜੁਮਲੇ ਦਿਖਾਏ ਔਰ ਸਾਰਾ ਕੁਝ ਹੋਇਆ। ਉਹ ਕਹਿੰਦੇ ਜਦੋਂ ਭਾਰਤ ਮਾਤਾ ਦੀ ਇੱਜ਼ਤ ਨੂੰ ਜਿਹੜਾ ਬਖੇਰਿਆ ਗਿਆ, ਜਦੋਂ ਬੱਚੀਆਂ ਨੂੰ, ਧੀਆਂ ਨੂੰ ਉੱਥੇ ਨਗਨ ਕੀਤਾ ਗਿਆ, ਔਰ ਇਹਦੇ ਵਿੱਚ ਜਦੋਂ ਇਹ ਇਦਾਂ ਦੀਆਂ ਜਿਹੜੀਆਂ ਸੋਚਾਂ ਵਾਲੇ ਲੋਕ ਨੇ ਉਹਦੇ ਲਈ 2 ਸ਼ਬਦ ਹੋਰ ਨਹੀਂ ਸੀ ਕਹਿ ਸਕਦੇ ਕਿ ਸਾਡਾ ਦੇਸ਼ ਕਿੱਧਰ ਨੂੰ ਚਲੇ ਗਿਆ, ਗਲਤਾਨ ਹੋ ਗਿਆ, ਕਿੱਧਰ ਚਲੇ ਗਿਆ, ਔਰ ਦੇਸ਼ ਦੀ ਜਿਹੜੀ ਸਥਿਤੀ ਆ ਇਹ ਡਾਵਾਂਡੋਲ ਹੋ ਗਈ ਆ, ਲੋਕਾਂ ਨੇ ਹੀ ਕਰ ਦਿੱਤੀ ਆ। ਪਬਲਿਕ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਕਿ ਅੱਗੇ ਤੋਂ ਇਹੋ ਜਿਹਾ ਕੋਈ ਹਾਦਸਾ ਨਹੀਂ ਹੋਣਾ ਚਾਹੀਦਾ। ਰਾਹੁਲ ਗਾਂਧੀ ਨੇ ਕਿਹਾ ਕਿ ਉਹਦੇ ਵਿੱਚ ਜੁਮਲੇ ਤੇ ਹਾਦਸਾ ਤੇ ਜਿਹਦੇ ਵਿੱਚ ਕਾਂਗਰਸ ਦੇ ਜਾਂਦਾ ਜ਼ਿਆਦਾ ਪਿੱਛੇ ਲੱਗ ਰਹੇ। ਰਾਹੁਲ ਗਾਂਧੀ ਕਹਿੰਦਾ ਮੇਰੇ ਐਂਟੀ ਬੋਲੇ ਆ, ਕਾਂਗਰਸ ਦੇ ਐਂਟੀ ਬੋਲੇ ਆ, ਬਾਕੀ ਵਿਰੋਧੀ ਪਾਰਟੀਆਂ ਦੇ ਬੋਲੇ ਆ, ਗੱਠਜੋੜ ਦੇ ਬੋਲੇ ਆ, ਔਰ ਇਹਨਾਂ ਨੂੰ ਖਤਰਾ ਮਹਿਸੂਸ ਹੋਇਆ, ਔਰ ਇਹ ਭੁੱਲ ਗਏ ਮਨੀਪੁਰ ਵੀ ਮਨੀਪੁਰ ਦੇ ਵਿੱਚ ਕੀ ਕੁਝ ਹੋਇਆ। ਹਰਿਆਣੇ ਦਾ ਇਹਦਾ ਜ਼ਿਕਰ ਹੀ ਨਹੀਂ ਹੋਇਆ ਜਦੋਂ ਕਿ ਇਹਨਾਂ ਦੀ ਸਰਕਾਰ ਉੱਥੇ ਆ, ਔਰ ਬਾਕੀ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਕੁਝ ਹੋਇਆ, ਉੱਥੋਂ ਦਾ ਕੋਈ ਜ਼ਿਕਰ ਨਹੀਂ ਹੋਇਆ। J&K 'ਚ ਹਫੜਾ ਦਫੜੀ ਪਈ ਆ, ਉੱਥੇ ਵੀ ਮਾਰ ਧਾੜ ਚੱਲਦੀ ਰਹਿੰਦੀ ਆ, ਔਰ ਉੱਥੇ ਵੀ ਇਲੈਕਸ਼ਨ ਤੋਂ ਬਾਅਦ ਬੜਾ ਕੁਝ ਹੁੰਦਾ। ਔਰ ਕਹਿੰਦੇ ਆਉਣ ਵਾਲੀ ਇਲੈਕਸ਼ਨ ਦਾ ਮੁੱਦਾ ਬੋਲਦੇ ਰਹੇ ਆ, ਆਉਣ ਵਾਲੀ ਇਲੈਕਸ਼ਨ ਵਿੱਚ ਕੀ ਕਰੋਗੇ, ਕਿਹਨੂੰ ਜਿਤਾਓਗੇ, ਕਿਹਦੇ ਲਈ ਤੁਸੀਂ ਚੱਲੋਗੇ। ਅਸੀਂ ਜਿਹੜੇ 9 ਸਾਲ ਤੁਹਾਡੀ ਸੇਵਾ ਕੀਤੀ ਆ, ਹੁਣ ਜਾ ਕੇ ਆ ਜਿਹੜੇ 5 ਮਹੀਨੇ ਬਚਦੇ ਆ, ਜੋ ਰਿਹਾ ਹੋਇਆ ਸਾਰਾ ਤੁਹਾਡੇ ਹਵਾਲੇ ਕੀਤੀ ਜਾਊਗਾ। ਖਜ਼ਾਨਾ ਖਾਲੀ ਕਰਕੇ ਫਿਰ ਨਵਾਂ ਖਜ਼ਾਨਾ ਕਾਮਯਾਬ ਕਰਾਂਗੇ, ਤੁਹਾਡਾ ਹੀ ਹੈ, ਅਸੀਂ ਤੁਹਾਡੇ ਲਈ ਜੀਨੇ ਆ। ਔਰ ਉਹ ਗੱਲਾਂ ਕਹਿੰਦੇ ਕੀਤੀਆਂ, ਇਲੈਕਸ਼ਨ ਦੇ ਪੜੋਲ ਬੰਨੇ ਆ, ਉੱਥੋਂ ਹੀ ਇਹਨਾਂ ਨੇ ਛਾਲ ਮਾਰਨੀ ਆ। ਰਾਹੁਲ ਗਾਂਧੀ ਨੇ ਕਿਹਾ ਇਹ ਸਾਨੂੰ ਲੱਗਾ ਗੁੱਸਾ, ਨਾਰਾਜ਼ਗੀ ਲੱਗੀ ਸਾਡੀ ਜਿਹੜੀ ਕਾਂਗਰਸ ਕਮੇਟੀ ਨਹੀਂ, ਪੂਰਾ ਇੰਡੀਆ ਕਮੇਟੀ ਦੀ ਗੱਲ ਕੀਤੀ ਆ ਤੇ ਵਿਰੋਧੀ ਧਿਰ ਦੀ, ਵੀ ਸਾਨੂੰ ਇਸ ਗੱਲ ਦਾ ਲੱਗਿਆ ਕਿ ਪ੍ਰਧਾਨ ਮੰਤਰੀ ਬੋਲਣਗੇ ਕੁਝ ਨਾ ਕੁਝ, ਔਰ ਅਸੀਂ ਆਂਦੇ ਰਾਸ਼ਟਰਪਤੀ ਦੀ ਪੈਗਾਮ ਨੂੰ ਉਡੀਕਦੇ ਰਹੇ ਆ। ਉਹਨਾਂ ਨੇ ਪਰ ਉਹ ਪੈਗਾਮ ਨਹੀਂ ਦਿੱਤਾ, ਸੰਦੇਸ਼ ਨਹੀਂ ਦਿੱਤਾ, ਪਰ ਜਿਹੜਾ ਬਿੱਲ ਸੀਗਾ, ਜਿਹੜਾ ਆਰਡੀਨੈਂਸ ਜਾਰੀ ਹੋਇਆ ਸੀਗਾ, ਨਵਾਂ ਬਿੱਲ ਸ਼ੁਰੂ ਕੀਤਾ ਵਾ ਜਿਸ 'ਚ ਦਿੱਲੀ ਨੂੰ ਵਲੇਟਿਆ ਗਿਆ ਵਾ, ਔਰ ਉਹ 'ਤੇ ਇਹਨਾਂ ਸਾਈਨ ਕਰਤਾ ਨਵਾਂ ਬਿੱਲ ਜਿਹੜਾ ਲੋਕ ਸਭਾ ਤੇ ਰਾਜ ਸਭਾ 'ਚ ਪਾਸ ਹੋ ਗਿਆ ਸੀ, ਔਰ ਕੱਲ੍ਹ ਸਾਈਨ ਕਰਤੇ ਆ ਦ੍ਰੋਪਦੀ ਮਰਮੂ ਜਿਹੜੇ ਮਾਨਯੋਗ ਰਾਸ਼ਟਰਪਤੀ ਨੇ। ਉਹ ਕਹਿੰਦੇ ਇਹ ਤਾਂ ਗੱਲਾਂ ਨਹੀਂ ਸਿਆਸਤ ਦੀਆਂ, ਪਰ ਜਿਹੜੇ ਲੋਕ ਕਹਿੰਦਾ ਦੁੱਖ ਨਾਲ ਨਿਪੀੜੇ ਗਏ, ਜਿਹੜੇ ਪੀੜਿਤ ਨੇ, ਜਿਨ੍ਹਾਂ ਲੋਕਾਂ ਨੂੰ ਦੀ ਜਿਹੜੀ ਸੋਚ ਨੂੰ ਨੁਕਸਾਨ ਗਿਆ, ਜਿਹੜੇ ਇਸ ਵੇਲੇ ਨਾ ਜੀਂਦੇ ਨਾ ਮਰਦੇ ਆ, ਉਹਨਾਂ ਲਈ 2 ਸ਼ਬਦ ਵੀ ਨਹੀਂ ਕਹੇ। ਉਹਨਾਂ ਲਈ ਕਹਿੰਦੇ 2 ਮਿੰਟ ਸੀਗੇ, ਔਰ ਉਹ ਲੋਕ ਇਸ ਵੇਲੇ ਤੜਫ ਰਹੇ ਆ, ਜਿਹੜੇ ਲੋਕ ਬੈਠੇ ਨੇ, ਜਿਨ੍ਹਾਂ ਦੀ ਇੱਜ਼ਤ ਲੁੱਟੀ ਗਈ ਆ, ਜਿਹੜੇ ਲੋਕ ਇਸ ਵੇਲੇ ਮਰ ਵੀ ਰਹੇ ਆ, ਰੇਪ ਅਜੇ ਵੀ ਹੋ ਰਿਹਾ, ਬੜਾ ਕੁਝ ਹੋ ਰਿਹਾ, ਲੋਕਾਂ ਦੇ ਘਰਾਂ ਨੂੰ ਅੱਗ ਲੱਗ ਰਹੀ ਹੈ, ਉਹਦੇ ਉੱਤੇ ਕੋਈ ਕੰਟਰੋਲ ਨਹੀਂ। ਆਂਦੇ ਸਿਕਿਉਰਿਟੀ ਕਿਉਂ ਨਹੀਂ ਭੇਜੀ, ਆਰਮੀ ਕਿੱਥੇ ਗਈ, ਇਹ ਬੋਲੇ ਆ ਰਾਹੁਲ ਗਾਂਧੀ ਜੀ। ਪਰ ਉਹ ਤੋਂ ਬਾਅਦ ਮੇਰਾ ਖਿਆਲ ਹੈ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਚੁੱਪ ਆ, ਹੁਣ ਤਾਂ ਬਿਲਕੁਲ ਉਹਨਾਂ ਬੋਲਣਾ ਨਹੀਂ, 2 ਮਿੰਟ ਬੋਲਿਆ, ਪਰ ਉਹਦਾ ਕੋਈ ਅਸਰ ਨਹੀਂ ਆ, ਉਹ ਵੀ ਬੇਅਸਰ ਰਹੀ। ਜਿੱਦਾਂ ਬਾਈਡਨ ਸਾਹਿਬ ਵਾਲੀ ਗੱਲ ਤਕਰੀਰ ਬੇਅਸਰ ਰਹੀ ਆ, ਪ੍ਰਸ਼ਾਸਨ ਬੇਅਸਰ ਰਿਹਾ, ਸਾਡੇ ਪ੍ਰਧਾਨ ਮੰਤਰੀ ਦਾ ਬੋਲਿਆ ਵੀ 0 ਹੋ ਗਿਆ। ਸੋ ਬੜਾ ਵੈਸੇ ਫੀਲ ਹੁੰਦੀ ਹੈ ਗੱਲ ਜੀ ਕਿ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਪਈਆਂ ਜੀ ਜੀ ਰਾਹੁਲ ਗਾਂਧੀ ਨੂੰ ਜਾਂ ਵਿਰੋਧੀ ਧਿਰਾਂ ਨੂੰ, ਉਹ ਵੀ ਪ੍ਰਾਈਮ ਮਿਨਿਸਟਰ ਬਾਰੇ, ਜੀ 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 ਕਿਉਂਕਿ ਕੀ ਐਸੀ ਕਮੀ ਸੀ ਉਹਨਾਂ ਦੇ ਭਾਸ਼ਣ ਦੇ ਵਿੱਚ ਜੋ ਵਿਰੋਧੀ ਧਿਰਾਂ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਇਸ ਤਰ੍ਹਾਂ ਸਹੀ ਆਬਜੈਕਸ਼ਨ ਲਗਾਉਂਦੇ ਨੇ। ਜੇ ਅੱਛੀ ਗੱਲ ਹੁੰਦੀ ਤਾਂ ਸ਼ਾਇਦ ਨਾ ਬੋਲਦੇ, ਪਰ ਇਹਨਾਂ ਨੇ ਕਹਿਤਾ, ਪ੍ਰਧਾਨ ਮੰਤਰੀ ਨੇ, ਇਹ ਗੱਲ ਜੋੜਨ ਵਾਲੀ ਆ ਕਿ ਉਹਨਾਂ ਕੱਲ੍ਹ ਕਿਹਾ ਕਿ ਜਿੱਥੇ ਮਨੀਪੁਰ ਦੀ ਚਰਚਾ ਕਰਾਉਣੀ ਸੀ ਉਹਦੇ ਤੋਂ ਦੂਰ ਭੱਜ ਗਿਆ ਵਿਰੋਧੀ ਧਿਰ। ਅਸੀਂ ਚਾਹੁੰਦੇ ਸੀ ਕਿ ਉਹਨਾਂ ਨਾਲ ਚਰਚਾ ਕਰੀਏ, ਇਹ ਪਤਾ ਨਹੀਂ ਕਿੱਥੇ ਕਿਸ ਧਰਤੀ ਦੀ ਗੱਲ ਕਰਦੇ ਆ। ਜਿਹੜੇ ਵਿਰੋਧੀ ਪਾਰਟੀਆਂ ਆਉਂਦੇ ਅਸੀਂ ਅੰਦਰ ਆਏ ਆ, ਸਾਨੂੰ ਇਹਨਾਂ ਨੇ ਬੁਲਾਇਆ ਨਹੀਂਗਾ, ਉੱਥੇ ਚਰਚਾ ਕਰਨ ਤੋਂ ਰੋਕ ਲਿਆ, ਅਸੀਂ ਫਿਰ ਵਾਕਆਊਟ ਹੋ ਗਏ ਆ। ਉਹ ਕੁਛ ਕਹਿੰਦੇ ਆ, ਕੁਛ ਕਹਿੰਦੇ ਆ, ਪਤਾ ਨਹੀਂ ਲੱਗਦਾ ਕਿ ਝੂਠ ਕੌਣ ਬੋਲਦਾ। ਚਰਚਾ ਨਹੀਂ ਹੋਣ ਦਿੱਤੀ ਤਾਂ ਨਾ ਹੋਈ ਅਜੇ ਤੱਕ ਇਹਦੇ, ਔਰ ਆਮ ਪਬਲਿਕ ਉਹ ਉਸੇ ਤਰ੍ਹਾਂ ਹੀ ਭੁਗਤ ਰਹੀ ਹੈ, ਉਹਨਾਂ ਦਾ ਉਸੇ ਤਰ੍ਹਾਂ ਦਾ ਹੀ ਹਾਲ ਹੈ। ਬਿਲਕੁਲ। ਔਰ ਕਈ ਵਾਰ ਲੱਗਦਾ ਕਿ ਇਹ ਸਾਰੀਆਂ ਪਾਰਟੀਆਂ ਨਾ ਬਸ ਆਪਣੀ ਸੱਤਾ ਕਾਇਮ ਕਰਨ 'ਚ ਲੱਗੀਆਂ ਹੋਈਆਂ ਸਹੀ ਗੱਲ। ਠੀਕ ਹੈ ਨਾ, ਮੈਂ ਬਣ ਜਾ, ਇਸ ਕੁਰਸੀ ਤੋਂ ਹੋਰ ਵੱਡੀ ਕੁਰਸੀ ਤੇ ਕਿਵੇਂ ਪਹੁੰਚਾਂ, ਬਸ ਸਾਰਾ ਦਿਨ ਇਹੀ ਹਿਸਾਬ ਕਿਤਾਬ, ਇਹੀ ਜੋੜ ਤੋੜ ਲੱਗੇ ਰਹਿੰਦੇ ਨੇ। ਆਮ ਪਬਲਿਕ ਵਾਸਤੇ ਸੋਚਣ ਦਾ ਸ਼ਾਇਦ ਇਹਨਾਂ ਕੋਲ ਸਮਾਂ ਹੀ ਨਹੀਂ ਹੈ। ਸਹੀ ਗੱਲ। ਦੇਸ਼ ਵਾਸਤੇ ਲੋਕਾਂ ਲਈ ਨਹੀਂ ਬਣਦੇ, ਇਹਨਾਂ ਨੇ ਕੰਮ ਕਿਹਨਾਂ ਨੇ ਕਰਨਾ, ਲੋਕਾਂ ਨੇ ਕਰਨਾ। ਲੋਕਾਂ ਦੀ ਸਰਕਾਰ ਹੈਗੀ ਹੈ ਨਾ, ਲੋਕਤੰਤਰ ਹੈ ਨਾ, ਇਹ ਉੱਥੇ ਜਦੋਂ ਕੁਰਸੀ ਦੇ ਬਹਿੰਦੇ ਭੁੱਲ ਜਾਂਦੇ। ਇਹ ਬਣਦੇ, ਕਹਿੰਦੇ ਕੰਮ ਕਿਹਦੇ ਲਈ ਕਰਨਾ, ਆਪਣੇ ਲਈ, ਆਪੇ ਵਿੱਚ। ਨਿੱਜ ਤੋਂ ਜਿਹੜਾ ਪਰੇ ਵੱਲ ਦਾ ਇੱਕ ਕਨਸੈਪਟ ਹੈਗਾ, ਨਿੱਜ ਤੋਂ ਮਤਲਬ ਆਪਣੇ ਤੋਂ ਪਰੇ ਲੋਕਾਂ ਤੱਕ ਜਾਣਾ, ਇਹ ਪਰੇ ਤੋਂ ਨਿੱਜ ਵੱਲ ਨੂੰ ਆ ਰਹੇ, ਆਪਣੇ ਵੱਲ ਨੂੰ ਆ ਰਹੇ ਕਿ ਵਿਅਕਤੀਗਤ ਤੌਰ ਤੇ ਸਾਨੂੰ ਕੀ ਫਾਇਦਾ ਹੋਊਗਾ, ਸਾਡੇ ਪਰਿਵਾਰ ਨੂੰ ਕੀ ਹੋਊਗਾ, ਕੁਨਬਾ ਪ੍ਰਸਤੀ ਨੂੰ ਕੀ ਫਾਇਦਾ ਹੋਊਗਾ, ਸਾਡੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਹੋਊਗਾ ਕੀ ਫਾਇਦਾ ਹੋਊਗਾ। ਜਦੋਂ ਕਿ ਇਸ ਗੱਲ ਨੂੰ ਭੰਡਿਆ ਵਾ, ਖੰਡਨ ਕੀਤਾ ਵਾ ਪ੍ਰਧਾਨ ਮੰਤਰੀ ਨੇ ਕਿ ਰਿਓੜੀ ਕਲਚਰ ਤੇ
ਜਿਹੜੀ ਆ ਰੋਕ ਲੱਗਣੀ ਚਾਹੀਦੀ ਆ, ਆਪੋ ਵਿੱਚ ਵੰਡ ਨਹੀਂ ਹੋਣੀ ਚਾਹੀਦੀ, ਸਾਰੇ ਲੋਕਾਂ ਨਾਲ ਸਾਂਝੇ ਤੌਰ ਤੇ ਵੰਡ ਕੇ ਖਾਣਾ ਪੀਣਾ ਚਾਹੀਦਾ, ਸਹੂਲਤਾਂ ਸਾਰਿਆਂ ਨੂੰ ਦੇਣੀਆਂ ਚਾਹੀਦੀਆਂ, ਇੱਕ ਬੰਦੇ ਨੂੰ ਵਿਅਕਤੀਗਤ ਤੌਰ ਤੇ ਨਹੀਂ ਸਾਂਝ ਪਾਉਣੀ ਚਾਹੀਦੀ। ਪਰ ਫਿਰ ਪ੍ਰੈਕਟੀਕਲੀ ਵਿਵਹਾਰਕ ਤੌਰ ਤੇ ਉਹੀ ਹੋ ਰਿਹਾ ਜੋ ਪਹਿਲਾਂ ਹੁੰਦਾ ਸੀ। ਦੇਸ਼ ਵਾਸਤੇ ਕੰਮ ਕੌਣ ਕਰੇ? ਜਾਂ ਸਵਾਲ ਇਹ ਹੈ, ਸਹੀ ਗੱਲ। ਦੇਸ਼ ਵਾਸਤੇ ਜਨਤਾ ਕੰਮ ਕਰੇ, ਆਹ। ਪਰ ਜਨਤਾ ਤਾਂ ਕੰਮ ਕਰੇ ਨਾ ਜੇ ਇਹ ਰਾਜਨੇਤਾ ਉਹਨਾਂ ਨੂੰ ਨਾਲ ਲੈ ਕੇ ਤੁਰਨ। ਆ ਕਿਤੇ ਤੇ ਜਨਤਾ ਨੂੰ ਆਪਸ 'ਚ ਲੜਾ ਦਿੰਦੇ ਨੇ, ਆਹ ਕਿਤੇ ਧਰਮ ਦੇ ਨਾਂ ਤੇ, ਕਿਤੇ ਜਾਤ ਦੇ ਨਾਂ ਦੇ ਉੱਤੇ, ਜਨਤਾ ਨੂੰ ਇਕੱਠਾ ਹੀ ਨਹੀਂ ਹੋਣ ਦਿੰਦੇ। ਤਾਂ ਹੁਣ ਹੋਈ ਕੁਝ ਹੋ ਰਿਹਾ। ਵੋਟ ਦੀ ਰਾਜਨੀਤੀ। ਸੋ ਇਹ ਚੀਜ਼ਾਂ ਨੇ ਜਿਹੜੀਆਂ, ਔਰ ਇਸ ਵੋਟ ਦੀ ਰਾਜਨੀਤੀ ਨੇ ਭਾਰਤ ਨੂੰ ਬਿਲਕੁਲ ਤੁਸੀਂ ਦੇਖੋ ਅਜੀਬ ਜਿਹਾ ਮਾਹੌਲ ਪੈਦਾ ਕਰਕੇ ਰੱਖ ਦਿੱਤਾ ਹੈ, ਔਰ ਭਾਰਤ ਨੂੰ ਬਿਲਕੁਲ ਅਜੀਬ ਜਿਹੇ ਮਾਹੌਲ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ। ਸਾਈਕੋਲੋਜੀ ਦੀ ਇੱਕ ਜਿਹੜਾ ਅਖਾਣ ਵੀ ਹੈਗਾ ਕਿ ਜਿੱਦਾਂ ਦੇ ਕਿ ਵਿਹਲਾ ਮਨ ਸ਼ੈਤਾਨ ਦਾ ਚਰਖਾ ਹੋ ਜਾਂਦਾ, ਅਖਾਣ ਵੀ ਹੈਗੇ ਆ, ਪਰ ਸਾਈਕੋਲੋਜਿਸਟ ਇਹ ਵੀ ਕਹਿੰਦੇ ਆ ਕਿ ਜਦੋਂ ਲੋਕ ਵਿਹਲੇ ਹੁੰਦੇ ਆ ਜਾਂ ਉਹਨਾਂ ਨੂੰ ਕਿਸੇ ਪਾਸੇ ਨਹੀਂ ਕੰਮ ਮਿਲਦਾ ਸਾਰਾ ਕੁਛ ਆ, ਤਾਂ ਕਈ ਵਾਰੀ ਬਗਾਵਤ ਕਰਦੇ ਆ। ਇਹਨਾਂ ਨੇ ਇਹ ਸੋਚ ਨੂੰ, ਉਸ ਉਲਟੀ ਸੋਚ ਨੂੰ ਦੂਜੇ ਪਾਸੇ ਲੈ ਗਏ। ਇਹਨਾਂ ਨੇ ਕਹਿਤਾ ਕਿ ਇਹਨਾਂ ਨੂੰ ਹੁਣ ਵਿਹਲੇ ਨਾਲ ਨਹਿੜ ਤੋਂ ਲੜਾਓ, ਪੜਾਓ, ਮਰਵਾਓ, ਸਾਰਾ ਕੁਛ ਇਸ ਪਾਸੇ ਲੱਗੇ ਰਹਿਣ। ਵਿਹਲੇ ਰਹਿਣਗੇ ਤਾਂ ਸਾਡੇ ਗਲਵੇ ਨੂੰ ਹੱਥ ਪਾਉਣਗੇ, ਉਧਰ ਲੱਗੇ ਰਹਿਣ ਦਿਓ, ਆਪ ਰਾਜ ਕਰੋ, ਮੌਜਾਂ ਕਰੋ, ਭਾਸ਼ਣ ਦਿਓ, ਐਲਾਨ ਕਰੋ, ਸਹੂਲਤਾਂ ਦੇ ਐਲਾਨ ਕਰੋ, ਇਲੈਕਸ਼ਨ ਆਉਣ ਵਾਲੀ ਹੈਗੀ ਹੈ, ਇਹਨਾਂ ਨੂੰ ਗੁੱਥਮ ਗੁੱਥਾ ਹੋਣ ਦਿਓ, ਆਪ ਵਿੱਚ ਲੜਾਓ, ਮਰਵਾਓ, ਸਾਰਾ ਕੁਛ। ਉਹ ਗੱਲ ਜਿਹੜੀ ਹੈਗੀ, ਉਹ ਕਨਸੈਪਟ ਨੂੰ ਦੁਬਾਰਾ ਇਹਨਾਂ ਰਿਵਾਈਵ ਕਰਕੇ ਉਸ ਪਾਸੇ ਲਿਆਂਦਾ। ਤੇ ਬਾਕੀ ਜਿਹੜੇ ਲੋਕ ਨੇ ਉਹ ਗੁੱਥਮ ਗੁੱਥਾ, ਧੱਕੋ ਜ਼ੋਰੀ, ਲੱਤ ਖਿੱਚੀ, ਉਹ ਆਪੋ ਵਿੱਚ ਲੜ ਰਹੇ ਆ, ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਕੀ ਕਰ ਰਹੇ ਹਾਂ। ਜਦੋਂ ਕਿ ਪਬਲਿਕ ਨੂੰ ਯੂਨਾਈਟ ਹੋਣਾ ਚਾਹੀਦਾ, ਏਕਤਾ ਲਿਆਉਣੀ ਚਾਹੀਦੀ ਹੈ, ਤਾਂ ਕਿ ਆਉਣ ਵਾਲਾ ਸਮਾਂ ਉਹਨਾਂ ਦਾ ਭਵਿੱਖ ਜਿਹੜਾ ਉਜਲ ਔਰ ਬ੍ਰਾਈਟ ਹੋ ਸਕੇ। ਐਗਜ਼ੈਕਟਲੀ ਕਰਨਾ ਤਾਂ ਹੀ ਕੁਝ ਚਾਹੀਦਾ ਹੈ। ਚਲੋ ਅੱਗੇ ਚੱਲਦੇ ਹਾਂ ਜੀ। ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਭ੍ਰਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ। ਅੱਛਾ, ਇਹਨਾਂ ਨੇ ਵੈਸੇ ਪਤਾ ਕਿੱਥੇ ਗਿਆ? ਇਹ G20 ਦਾ ਹੁਣ ਸੰਮੇਲਨ ਹੋਇਆ ਸੀਗਾ, ਉਹਦੇ ਵਿੱਚ ਇਹਨਾਂ ਨੇ ਭਾਸ਼ਣ ਦਿੱਤਾ। ਉਹਦੇ ਵਿੱਚ ਪਹਿਲਾਂ ਆਪਣੇ ਦੇਸ਼ ਲਈ ਗਿਆ ਕਿ ਇਹਨਾਂ ਨੇ ਆਪੋਜੀਸ਼ਨ ਵੱਲੋਂ ਇਹ ਹਮੇਸ਼ਾ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਕਿੰਨਾ ਵੀ ਭ੍ਰਸ਼ਟ ਬੰਦਾ ਹੋਵੇ, ਕਿੰਨਾ ਵੀ ਕਰਪਟ ਬੰਦਾ ਹੋਵੇ, ਜਦੋਂ ਬੀਜੇਪੀ ਜੁਆਇਨ ਕਰ ਲੈਂਦਾ ਹੈ ਉਹ ਸਾਫ਼ ਸੁਥਰਾ ਹੋ ਜਾਂਦਾ, ਨਿਰਮਲ ਤੇ ਸਾਫ਼ ਤੇ ਪਵਿੱਤਰ ਹੋ ਜਾਂਦਾ। ਇਸ ਕਰਕੇ ਹੁੰਦਾ ਕਿ ਪਾਰਟੀ 'ਚ ਆ ਗਿਆ, ਕਿਉਂਕਿ ਪਾਰਟੀ ਜਿਹੜੀ ਹੈਗੀ ਹੈ ਇਹ ਵੀ ਇਹਨਾਂ ਦਾ ਵੈਸੇ ਆਪਣਾ ਸੰਜਮ ਸੰਕੋਚ ਤੇ ਬੜਾ ਕੁਝ ਹੈਗਾ। ਵੈਸੇ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਇਹ ਕਹਿ ਰਹੇ ਨੇ ਕਿ ਦੇਸ਼ 'ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਏਗਾ, ਸਿਰ ਮੱਥੇ ਉਹਨਾਂ ਦਾ ਕਹਿਣਾ। ਨਾਲ ਇਹ ਮੈਂ ਵਿਰੋਧੀ ਧਿਰਾਂ ਦੀ ਗੱਲ ਜੋੜਾਂਗਾ। ਵਿਰੋਧੀ ਧਿਰ ਕਿਉਂ ਇਲਜ਼ਾਮ ਲਗਾਉਂਦੇ ਰਹਿੰਦੇ ਨੇ ਕਿ ਕੋਈ ਭ੍ਰਸ਼ਟ ਬੰਦਾ ਵੀ ਜਦੋਂ ਬੀਜੇਪੀ ਜੁਆਇਨ ਕਰ ਲੈਂਦਾ ਉਹ ਸਾਫ਼ ਸੁਥਰਾ ਪਰਮ ਪਵਿੱਤਰ ਕਿਵੇਂ ਬਣ ਜਾਂਦਾ? ਇਹ ਜੋ ਇਲਜ਼ਾਮ ਲੱਗਦੇ ਨੇ ਓਪੋਜੀਸ਼ਨ ਵੱਲੋਂ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੈਗਾ ਕਿ ਇਹ ਕਹਿੰਦੇ ਕਿ ਇੱਕ ਤਾਂ ਲੀਡਰ ਜਿਹੜੇ ਹੈਗੇ ਉਹ ਸਵੱਛ ਬਣ ਜਾਂਦੇ ਤੇ ਦੂਜਿਆਂ ਤੇ ਇਲਜ਼ਾਮ ਲਾਉਂਦੇ ਕਿ ਓਪੋਜੀਸ਼ਨ ਦੇ ਲਈ ਇੱਕ ਸੰਕੇਤ ਹੁੰਦਾ ਕਿ ਇਹ ਭ੍ਰਿਸ਼ਟਾਚਾਰ ਲੋਕ ਨੇ। ਸਾਡੀ ਜਿਹੜੀ ਪਾਰਟੀ ਹੈਗੀ ਆ ਨਿਰਮਲ ਸਵੱਛ ਤੇ ਸਾਫ਼ ਸੁਥਰੀ ਹੈਗੀ ਆ, ਇਹ ਚਿੱਕੜ ਸੁੱਟਣ ਵਾਲੀ ਗੱਲ ਹੈਗੀ ਆ। ਔਰ ਇਸ ਕਰਕੇ ਹੈਗੀ ਕਿ ਇਹਨਾਂ ਨੂੰ ਇਹ ਨਹੀਂ ਪਤਾ ਦੇਸ਼ ਜੇ ਭ੍ਰਿਸ਼ਟਾਚਾਰ ਵਧਿਆ ਵਾ ਤਾਂ ਕਿਹਨੇ ਖਤਮ ਕਰਨਾ, ਉਹ ਉਕਸਾਇਆ ਕਿਹਨੇ, ਉਹ ਕਿੱਥੇ ਕੰਟਰੋਲ ਕਰਨਾ। ਤੁਹਾਡੀ CBI, ਤੁਹਾਡੀਆਂ ED, ਤੁਹਾਡੇ ਜਿਹੜੀਆਂ ਖੁਫੀਆ ਏਜੰਸੀਆਂ ਉਹ ਕੀ ਕਰਦੀਆਂ, ਉਹ ਤਨਖਾਹ ਕਾਹਦੀ ਲੈ ਰਹੀਆਂ ਜੇ ਭ੍ਰਿਸ਼ਟਾਚਾਰ ਨਹੀਂ ਕਰਨਾ। ਔਰ ਜਿਹੜਾ ਹੁਣ ਕਾਨੂੰਨ ਬਣੇ ਉਹ 'ਚ ਭ੍ਰਿਸ਼ਟਾਚਾਰਾਂ ਦੇ ਜਿਹੜਾ ਕਰੂਗਾ ਉਹਦੇ 'ਤੇ ਉਹ ਸਜ਼ਾ ਦਾ ਸਜ਼ਾ ਉਹਨੂੰ ਦਿੱਤੀ ਜਾਊਗੀ। ਜਿਹੜਾ ਭ੍ਰਿਸ਼ਟਾਚਾਰ ਕਰਾਉਣ ਦੇ ਵਿੱਚ ਪੈਸੇ ਦੇਣ 'ਚ ਵੀ ਫੜਿਆ ਗਿਆ, ਜਿਹੜੇ ਹੁਣ ਨਵੇਂ ਕਾਨੂੰਨ ਆਏ ਉਹਨਾਂ ਦੇ ਵਿੱਚ ਜ਼ਿਕਰ ਹੋਇਆ। ਔਰ ਉਹ ਹੁਣ ਇਹ ਗੱਲ ਇਹਨਾਂ ਨੇ ਇੱਥੇ ਆ ਕੇ ਖਤਮ ਕਰ ਦਿੱਤੀ ਹੈ ਕਿ ਭ੍ਰਿਸ਼ਟਾਚਾਰ ਦੇਸ਼ ਵਿੱਚ ਜਿੰਨਾ ਵਧਿਆ ਹੈਗਾ ਉਹਨੂੰ 'ਤੇ ਰੋਕਣ ਲਈ ਅਸੀਂ ਇਸੇ ਤਰ੍ਹਾਂ ਸੰਜਮ ਸੰਕੋਚ ਤੇ ਇਸੇ ਤਰ੍ਹਾਂ ਦੀ ਸਖਤੀ ਵਰਤਾਂਗੇ। ਇਹ ਇੱਕ ਤਰ੍ਹਾਂ ਦਾ ਸੰਕੇਤ ਸੀਗਾ। ਦੂਜੇ ਪਾਸੇ ਇਹਨਾਂ ਕਿਹਾ ਕਿ ਜਿਹੜੀ ਸੰਪਤੀ G20 ਵੱਲੋਂ ਜਿਹੜੀ ਗਈ ਆ ਬਾਹਰਲੇ ਦੇਸ਼ਾਂ ਵਿੱਚ, ਉਹ ਜਿਹੜਾ ਉਹਦਾ ਪੈਸਾ, ਜਿਹੜਾ ਅਪਰਾਧਕ ਪੈਸਾ ਗਿਆ ਵਾ, ਜਿਹਦੀ ਕੁਝ ਚੀਜ਼ਾਂ ਬਣ ਗਈਆਂ ਵਾ ਬਾਹਰਲੇ ਦੇਸ਼ਾਂ ਵਿੱਚ, ਜਿਹੜੀ ਇੱਕ ਪੂਅਰ ਕੰਟਰੀ ਜਾਂ ਦੂਸਰੀ ਕੰਟਰੀ ਸੀਗੀ, ਉਹਨਾਂ ਨੂੰ ਪੈਸਾ G20 ਵੱਲੋਂ ਗਿਆ, ਉਹ ਸੰਪਤੀ ਵੀ ਜਿਹੜੀ ਹੈਗੀ ਜ਼ਬਤ ਕੀਤੀ ਜਾਊਗੀ। ਉਹ ਜਿਹੜੀ ਇਸ ਪੈਸੇ ਨਾਲ ਬਣੀ, ਜਿੱਦਾਂ ਪੰਜਾਬ ਵਿੱਚ ਵਿਜੀਲੈਂਸ ਕਰ ਰਹੀ ਹੈ ਜਿਹੜੀ ਸੰਪਤੀ ਲੋਕਾਂ ਦੀ ਹੈਗੀ ਜਿਨ੍ਹਾਂ ਨੇ ਘਰ ਬਣਾਏ ਆ। ਜਿੱਦਾਂ ਮਿਸਟਰ ਚਾਹਲ ਨੇ ਜਿਹੜੇ ਅਮਰਿੰਦਰ ਸਿੰਘ ਕੈਪਟਨ ਸਮੇਂ ਸੀਗੇ PRO, ਉਹਨਾਂ ਦੇ ਨਾਲ ਉਹ ਫੜੇ ਵੀ ਗਏ। ਅਜੇ ਤੱਕ ਉਹ ਲੋਕਾਂ ਨੋਟਿਸ ਉਹਨਾਂ ਦਾ ਉਹ ਕਰਤਾ ਕਿ ਉਹ ਫੜੇ ਨਹੀਂ ਜਾ ਰਹੇ, ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਹੈ। ਉਹਨਾਂ ਦੀ ਜਿਹੜੀ ਸੰਪਤੀ ਬਣੀ ਸੀ ਉਹ ਜ਼ਬਤ ਕਰ ਲਈ ਹੈ। ਔਰ OP ਸੋਨੀ ਦੀ ਜਿਹੜੇ ਰਹੇ ਉਪ ਮੁੱਖ ਮੰਤਰੀ, ਉਹਨਾਂ ਦੀ ਸੰਪਤੀ ਵੀ ਜ਼ਬਤ ਕਰ ਲਈ ਹੈ। ਇਹ ਹੁਣ ਸਟੇਟਾਂ 'ਚ ਵੀ ਹੈਗਾ, ਦੇਸ਼ 'ਚ ਵੀ ਹੈਗਾ ਤੇ ਬਾਹਰਲੀਆਂ ਕੰਟਰੀਆਂ 'ਚ ਵੀ ਹੈਗਾ। ਆਹ ਸੰਕੇਤ ਜਿਹੜਾ ਬਾਹਰਲੇ ਦੇਸ਼ਾਂ ਦੇ ਲਈ ਵੀ ਹੈਗਾ, ਜਿਹੜੀ ਹੁਣ G20 ਬਾਰੇ ਇਹਨਾਂ ਨੇ ਬੋਲਿਆ ਕਿ ਉਹ ਸੰਪਤੀ ਵੀ ਅਸੀਂ ਜ਼ਬਤ ਕਰਾਂਗੇ ਜਿਹਦੇ ਵਿੱਚ ਭ੍ਰਿਸ਼ਟਾਚਾਰ ਨਾਲ ਬਣੀ ਹੈਗੀ ਹੈ। ਔਰ ਇਹ ਪਤਾ ਕੀ ਹੈਗਾ ਚੱਕਰ ਇਹ ਹੈਗਾ ਕਿ ਜਿਹੜੀ ਪਾਰਟੀ ਰੂਲਿੰਗ ਪਾਰਟੀ ਬਣ ਜਾਂਦੀ ਹੈ ਉਹ ਆਪਣੇ ਦੋਸ਼ ਜਿਹੜੇ ਆਏ ਦੋ ਹੁੰਦੇ ਉਹ ਭੁੱਲ ਜਾਂਦੀ ਹੈ ਤੇ ਬਾਕੀ ਜਿਹੜੀ ਆਪੋਜੀਸ਼ਨ ਉੱਤੇ ਮੜ ਦਿੰਦੀ ਸਾਰਾ ਕੁਝ। ਹੁਣ ਉਹਦੇ ਬਾਅਦ ਇਲੈਕਸ਼ਨ ਆ ਰਹੀ ਹੈ, ਇਹਨਾਂ ਨੇ ਆਪਣੇ ਆਪ ਨੂੰ ਸਾਫ਼ ਸੁਥਰੇ ਔਰ ਬੜੇ
ਜਿਹੜੇ ਹੈਗੇ ਆ ਪਰਮ ਪਵਿੱਤਰ। ਲੋਕਾਂ ਦੀ ਤਵੱਜੋ ਵਾਲੀ ਸਰਕਾਰ ਕਹਿਣਾ ਇਹ ਗੱਲ ਹੈਗੀ। ਸੋ ਪਬਲਿਕ ਵੀ ਜਾਣਦੀ ਦੁੱਧ ਦਾ ਤੋਤਾ ਕੋਈ ਵੀ ਨਹੀਂ। ਸਹੀ ਗੱਲ, ਬਿਲਕੁਲ। ਚਲੋ ਚੱਲਦਾ ਹੈ। ਆਹ ਇੱਕ ਨਾ ਬੜਾ ਫਿਲਮੀ ਡਾਇਲੋਗ ਹੈ, ਉਹਦੇ 'ਚ ਇੱਕ ਵਿਲਨ ਹੁੰਦਾ ਹੈ, ਉਹ ਵੀ ਰਾਜਨੇਤਾ ਹੀ ਹੁੰਦਾ ਹੈ। ਆਹ ਉਹ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ ਹੈ ਜਦੋਂ ਵੀ ਕੋਈ ਡਾਇਲੋਗ ਬੋਲਦਾ ਹੈ, ਹੋਤਾ ਹੈ, ਚਲਤਾ ਹੈ, ਦੁਨੀਆ ਹੈ। ਆਹ ਸੋ ਠੀਕ ਹੈ, ਹੋਤਾ ਹੈ, ਚਲਤਾ ਹੈ, ਦੁਨੀਆ ਹੈ, ਇਹ ਚੱਲਦਾ ਰਹੇਗਾ। ਕਾਨੂੰਨ ਦੀਆਂ ਧਾਰਾ ਵਿੱਚ ਬਦਲੀ, ਆਹ ਇਹ ਬਿੱਲ ਪੇਸ਼ ਹੋਇਆ ਕਿ ਕਾਨੂੰਨ ਦੀਆਂ ਧਾਰਾਵਾਂ ਬਦਲ ਦਿਓ। ਇਹ ਬਿੱਲ ਪੇਸ਼ ਹੋਇਆ ਕਿ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਖਤਮ ਹੋਣਗੇ। ਹਾਂ, ਇਹ ਕਹਿੰਦੇ ਪ੍ਰਣ ਕੀਤਾ ਸੀ ਪ੍ਰਧਾਨ ਮੰਤਰੀ ਨੇ ਪਿਛਲੇ 15 ਅਗਸਤ ਤੇ ਬੋਲੇ ਸੀਗੇ ਕਿ ਅਸੀਂ ਆਉਣ ਵਾਲਾ ਜਿਹੜਾ ਸਮਾਂ ਉਹ 'ਚ ਕਾਨੂੰਨਾਂ ਵਿੱਚ ਬਦਲੀ ਲਿਆਵਾਂਗੇ। ਜਿਹੜੇ ਬ੍ਰਿਟਿਸ਼ ਕੌਂਸਲ ਨੇ ਕਾਨੂੰਨ ਆਇਦ ਕੀਤੇ ਸੀ ਸਾਡੇ 1860 'ਚ, ਉਹ ਸਾਰਾ IPS ਕੋਡ ਜਿਹੜਾ ਹੈਗਾ ਉਹ ਸਾਰਾ ਤਬਦੀਲ ਕੀਤਾ ਜਾਊਗਾ। ਔਰ ਪ੍ਰਣ ਨੂੰ ਇਹਨਾਂ ਨੇ ਪੂਰਾ ਕਰ ਲਿਆ, ਕਿਉਂਕਿ ਇਹਨਾਂ ਨੇ ਜਦੋਂ ਅਨਾਉਂਸ ਕੀਤਾ ਸੀ ਹੁਣ 15 ਅਗਸਤ ਤੋਂ ਪਹਿਲਾਂ ਹੀ ਸਾਰਾ ਕੁਝ ਕਰ ਲਿਆ। ਔਰ ਇਹਨੂੰ ਸਬਮਿਟ ਕੀਤਾ ਬਿੱਲ ਨੂੰ ਅਮਿਤ ਸ਼ਾਹ ਜੀ ਜਿਹੜੇ ਗ੍ਰਹਿ ਮੰਤਰੀ ਨੇ, ਔਰ ਉਹਨਾਂ ਦੇ ਵਿੱਚ ਇਹਨਾਂ ਨੇ ਧਾਰਾ ਜਿਹੜੀ ਇੰਡੀਅਨ ਪੀਨਲ ਕੋਡ ਦੀਆਂ ਸਾਰੀਆਂ ਬਦਲਤੀਆਂ। ਜਿਹੜੀ 302 ਸੀਗੀ ਧਾਰਾ ਕਤਲ ਦੀ, ਉਹ ਇਹਨਾਂ ਨੇ 99 ਕਰਤੀ ਆ। ਜਿਹੜੀ 420 ਸੀ ਜਿਹਦੇ ਵਿੱਚ ਧੋਖਾਧੜੀ ਸੀਗਾ, ਉਹ 116 ਕਰ ਦਿੱਤੀ ਆ। ਉਹਦੇ ਧਾਰਾ ਦੇ ਨੰਬਰ ਬਦਲਤੇ ਆ। ਔਰ ਉਹਦੇ ਵਿੱਚ FIR ਲਾਅ ਜਿਹੜੀ ਹੈ ਐਵਰੀਵੇਅਰ ਯੂ ਕੈਨ ਲਾਅ FIR ਐਨੀਵੇਅਰ ਇਨ ਇੰਡੀਆ, ਕਿਤੇ ਵੀ ਕਰ ਸਕਦੇ ਜੀ। ਔਰ ਉਹਨੂੰ ਸਾਰਿਆਂ ਨੂੰ ਐਪ ਬਣਾ ਕੇ ਇਹਨੂੰ ਔਨਲਾਈਨ ਕਰ ਦਿੱਤਾ। ਔਰ ਜਿਹੜੇ ਫੈਸਲੇ ਹੋਣਗੇ ਔਨਲਾਈਨ ਹੋ ਜਾਣਗੇ। ਔਰ ਪੈਂਡਿੰਗ ਜਿਹੜੇ ਫੈਸਲੇ ਆ ਉਹਨਾਂ ਨੂੰ ਤਰਜੀਹ ਦਿੱਤੀ ਜਾਊਗੀ। ਇਸ ਵੇਲੇ 5 ਲੱਖ ਦੇ ਕਰੀਬ ਜਿਹੜੇ ਆ ਉਹ ਫੈਸਲੇ ਜਿਹੜੇ ਪੈਂਡਿੰਗ ਪਏ ਆ ਉਹਦੇ ਵਿੱਚ। ਤੀਜੀ ਗੱਲ ਹੈ ਜਿਹੜੀ ਜੱਜਾਂ ਦੀ ਨਿਯੁਕਤੀਆਂ ਹੁੰਦੀਆਂ ਸੀ, ਸਾਰਾ ਕੁਝ ਸੀਗਾ, ਰਿਕਰੂਟਮੈਂਟ ਸੀਗਾ। ਉਹ ਕਈ ਜੱਜਾਂ ਜਿਹੜੀਆਂ ਇਹਨਾਂ ਦੀ ਪਦਵੀਆਂ ਖਾਲੀ ਸੀਗੀਆਂ, ਪੋਸਟਾਂ ਖਾਲੀ ਸੀ, ਉਹਨਾਂ ਨੂੰ ਵੀ ਇਹਨਾਂ ਨੇ ਭਰਨ ਦੀ ਕਹਿਤਾ ਕਿ ਉਹ ਵੀ ਭਰੀਆਂ ਜਾਣਗੀਆਂ। ਨਵੇਂ ਮੁੰਡਿਆਂ ਨੂੰ ਰੁਜ਼ਗਾਰ ਦਿੱਤਾ ਜਾਊਗਾ। ਔਰ ਇਹ ਜਿਹੜੇ ਸਾਡੇ ਚਿੰਤਕ ਨੇ, ਸਕਾਲਰ ਨੇ, ਉਹਨਾਂ ਨੇ ਕਹਿਤਾ ਕਿ ਉਹਨਾਂ ਨੇ 76 ਸਾਲ ਬਾਅਦ ਹੁਣ ਚੇਤਾ ਆ ਗਿਆ ਇਹਨੂੰ ਇੰਡੀਅਨ ਪੈਨਲ ਕੋਡ ਜਿਹੜਾ ਹੈਗਾ ਉਹਨੂੰ ਤਿਆਗਣ ਦਾ, ਉਹਨੂੰ ਉਹਦੇ ਵਿੱਚ ਅਦਲਾ ਬਦਲੀ ਕਰਨ ਦਾ। ਪਹਿਲੀਆਂ ਸਰਕਾਰਾਂ ਜਾਂ ਦੂਜੀਆਂ ਸਰਕਾਰਾਂ ਇਹ ਵੀ 2 ਵਾਰੀ ਆ ਗਏ, ਇਹਨਾਂ ਨੂੰ ਐਤਕੀ ਚੇਤਾ ਆ ਗਿਆ, ਹੁਣ ਪਤਾ ਲੱਗ ਗਿਆ, ਪਹਿਲੋਂ ਕਿਉਂ ਨਹੀਂ ਬਦਲ ਸਕੇ ਇਹਨੂੰ ਸਾਰਾ ਕੁਝ। ਔਰ ਸੰਵਿਧਾਨ ਦੀਆਂ ਧਾਰਾਵਾਂ ਵਿੱਚ ਬਦਲੀ ਹੋ ਗਈ ਆ, ਉਹਦੇ ਵਿੱਚ ਬਹੁਤ ਕੁਝ ਜਿਹੜੇ ਅਕੋਰਡਿੰਗ ਕਨਸਟੀਟਿਊਸ਼ਨ ਵੀ ਹੈਗਾ। ਔਰ ਪਹਿਲੋਂ ਇਹਦੀ ਭਵਿੱਖਬਾਣੀ ਹੋਈ ਸੀ ਕਿ ਜਿਹੜੀ ਸਰਕਾਰ ਹੈ ਸੰਵਿਧਾਨ ਦੇ ਵਿੱਚ ਕੁਝ ਨਾ ਕੁਝ ਰੱਦੋ ਬਦਲ ਕਰੇਗੀ ਬਿਫੋਰ ਇਲੈਕਸ਼ਨ। ਔਰ ਇਹਦੇ ਵਿੱਚ ਜਿਹੜੇ ਕਪਿਲ ਸਿੱਬਲ ਜੀ ਨੇ ਉਹਨਾਂ ਨੇ ਕਹਿਤਾ ਕਿ ਇਹਨਾਂ ਨੇ ਜੋ ਕੁਝ ਇਸ ਵੇਲੇ ਲਿਆਂਦੇ ਨੇ, 3 ਕਾਨੂੰਨ ਲਿਆਂਦੇ, ਸਾਰਾ ਕੁਝ ਹੈਗਾ, ਇਹ ਵਿਰੋਧੀ ਪਾਰਟੀਆਂ ਨੂੰ ਖਮਿਆਜਾ ਭੁਗਤਣਾ ਪਏਗਾ। ਉਹਨਾਂ 'ਤੇ ਇਹ ਬੜੇ ਨੁਕਸਾਨ ਉਹਨਾਂ ਨੂੰ ਝੱਲਣੇ ਪੈਣਗੇ। ਇਹ ਵਿਰੋਧੀ ਪਾਰਟੀਆਂ 'ਤੇ ਜਿਹੜੀਆਂ ਲਾਜ਼ FIR ਲਾਜ਼ ਕਰਨਗੇ। ਔਰ ED ਔਰ ਜਿਹਦੇ ਵਿੱਚ CBI ਆ ਉਹਨਾਂ 'ਤੇ ਕੇਸ ਸੀ, ਪਹਿਲਾਂ ਵੀ ਚੱਲਦੇ ਰਹੇ ਆ, ਪਰ ਇਹਨਾਂ ਨੂੰ ਕਹਤਾ ਕਿ ਫੌਰੀ ਤੌਰ 'ਤੇ ਕੁਝ ਲਿਮਟਿਡ ਟਾਈਮ ਦੇ ਵਿੱਚ ਹੀ ਸਾਰਾ ਕੁਝ ਹੋ ਜਾਊਗਾ। ਜਿਹੜਾ ਵੀ ਕੇਸ ਹੋਊਗਾ ਉਹਨੂੰ ਬਹੁਤਾ ਲਮਕਾਇਆ ਨਹੀਂ ਜਾਊਗਾ। ਔਰ ਇਹ ਇਸ ਵੇਲੇ ਜੋ ਕੁਝ ਹੋਇਆ ਇੰਪਲੀਮੈਂਟ ਹੁੰਦਿਆਂ ਟਾਈਮ ਤਾਂ ਲੱਗੂਗਾ, ਬਹੁਤ ਲੱਗਣਾ, ਕਿਉਂਕਿ ਵਕੀਲ ਜਿਹੜੇ ਨੇ ਜਾਂ ਜਿਹੜੇ ਲਾਅ ਮੇਕਰ ਨੇ ਜਾਂ ਜਿਹੜੇ ਪੜ੍ਹੇ ਲਿਖੇ ਮੁੰਡੇ ਨੇ ਉਹਨਾਂ ਨੂੰ ਫਿਰ ਸਟੱਡੀ ਕਰਨੀ ਪੈਣੀ ਹੈ। ਨਵੀਆਂ ਧਾਰਾ ਆ ਗਈਆਂ ਔਰ ਉਹਨਾਂ ਨੂੰ ਧਾਰਾਵਾਂ ਨੂੰ ਬਣਾਉਣ ਦੇ ਵਿੱਚ, ਉਹਨਾਂ ਨੂੰ ਉਹਨਾਂ ਦੀ ਪ੍ਰਕਿਰਿਆ ਨੂੰ ਸਮਝਣ ਦੇ ਵਿੱਚ ਬੜਾ ਕੁਝ ਲਾਜ਼ਮੀ ਤੌਰ 'ਤੇ ਸਾਹਮਣੇ ਆਊਗਾ, ਕਿਉਂਕਿ ਇਹ ਕਾਨੂੰਨ ਹੈ, ਕਾਨੂੰਨ ਕਾਇਦਾ ਵਾ, ਰੂਲ ਹੈ। ਔਰ ਇਹਦੇ ਵਿੱਚ ਤਬਦੀਲੀ ਜਿਹੜੀ ਕਰਨੀ ਹੈ, ਖਾਲਾ ਜੀ ਦਾ ਵਾੜਾ ਨਹੀਂਗਾ, ਬਹੁਤ ਵੱਡੀ ਗੱਲ ਹੈਗੀ ਆ। ਕਿਉਂਕਿ ਅੰਗਰੇਜ਼ਾਂ ਦੇ ਜਿਹੜੇ ਪੜ੍ਹੇ ਲਿਖੇ ਲੋਕ ਸੀ, ਮਹਾਤਮਾ ਗਾਂਧੀ ਦੇ ਟਾਈਮ ਦੀ, ਕਿਉਂਕਿ ਉਹ ਵੀ ਵਕੀਲ ਸੀ, ਵਕਾਲਤ ਪੜ੍ਹੀ ਸੀ ਉਹਨਾਂ ਨੇ ਉਸ ਟਾਈਮ 'ਤੇ ਸੀ, ਉਹਨਾਂ ਦੀ ਸਲਾਹ ਨਾਲ, ਉਹਨਾਂ ਦੇ ਬਾਕੀ ਜਿਹੜੇ ਸਾਡੇ ਇੱਥੋਂ ਵਕੀਲ ਸੀਗੇ, ਜਿਹੜੇ ਨੇਤਾ ਸੀ, ਉਹਨਾਂ ਨਾਲ ਗੱਲਬਾਤ ਹੋ ਕੇ ਇਹ ਜਿਊਰੀ ਬਣੀ, ਇਹ ਸਾਰਾ ਕੁਝ ਹੋਇਆ। ਔਰ ਅੰਬੇਦਕਰ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸੁਲਝੇ ਪੜ੍ਹੇ ਲਿਖੇ ਔਰ ਲਾਅ ਨੂੰ ਜਾਣਨ ਵਾਲੇ ਸੀ। ਉਹਨਾਂ ਨੇ ਇਹਨੂੰ ਸੰਵਿਧਾਨ ਨੂੰ ਬਣਾਇਆ, ਸੰਵਿਧਾਨ ਨੂੰ ਜਿਹੜਾ ਉਹਦੇ ਨਿਰਮਾਤਾ ਬਣੇ ਔਰ ਸਾਰਾ ਕੁਝ ਕੀਤਾ। ਔਰ ਇਹਨੂੰ ਫਿਰ ਹੁਣ ਦੁਬਾਰਾ ਇਹਨਾਂ ਨੇ ਜਦੋਂ ਤੋੜ ਭੰਨ ਕਰ ਦਿੱਤੀ ਆ। ਹੋ ਸਕਦਾ ਜਿਹੜੇ ਚਿੰਤਕ ਕਹਿ ਰਹੇ ਕਿ ਕਿਸਾਨ ਕਾਨੂੰਨ ਵਾਲੀ ਗੱਲ ਨਾ ਹੋ ਜੇ, ਜਿਹੜੇ 3 ਕਾਲੇ ਕਾਨੂੰਨ ਕਿਸਾਨਾਂ 'ਤੇ ਥੋਪੇ ਗਏ ਸੀ, ਉਹਨਾਂ ਨੇ ਉਹਨੂੰ ਉਹ ਤਾਂ ਮੁਨਕਰ ਹੋ ਗਏ, ਉਹ ਨਹੀਂ ਮੰਨੇ। ਪਰ ਇਹ ਤਾਂ ਪਬਲਿਕ ਮੰਨ ਰਹੀ ਆ, ਪਰ ਇਹਦੇ ਵਿੱਚ ਇਹ ਹੋਏਗਾ ਕਿ ਨਹੀਂ ਇੰਪਲੀਮੈਂਟ ਕਿੱਦਾਂ ਹੁੰਦਾ, ਲਾਗੂ ਕਿੱਦਾਂ ਹੋਊਗਾ ਔਰ ਲੋਕਾਂ ਤੱਕ ਕਿੱਦਾਂ ਪਹੁੰਚਣਗੇ, ਔਰ ਸੋਸ਼ਲ ਮੀਡੀਆ ਦਾ ਕੀ ਰੋਲ ਹੋਊਗਾ ਇਹਦੇ ਵਿੱਚ, ਇਹ ਗੱਲ ਸਾਹਮਣੇ ਆਈ। ਐਗਜ਼ੈਕਟਲੀ, ਕਿਉਂਕਿ ਕਾਨੂੰਨ ਕਈ ਇੱਦਾਂ ਦੇ ਪੁਰਾਣੇ ਹੋ ਚੁੱਕੇ ਨੇ ਜਿਹੜੇ ਅੱਜ ਕੱਲ੍ਹ ਦੇ ਸਾਈਕੋਲੋਜੀ ਦੇ ਮੁਤਾਬਿਕ, ਅੱਜ ਕੱਲ੍ਹ ਦੀ ਸਮਾਜ ਦੀ ਸੋਚ ਦੇ ਮੁਤਾਬਿਕ ਜਾਂਦੇ ਹੀ ਨਹੀਂ। ਸਹੀ ਗੱਲ, 100 ਸਾਲ ਪੁਰਾਣੇ, 150 ਸਾਲ ਪੁਰਾਣੇ। ਮਤਲਬ ਅੱਜ ਦੀ ਸੋਚ 150 ਸਾਲ ਪੁਰਾਣੀ ਸੋਚ, 100 ਸਾਲ ਪੁਰਾਣੀ ਸੋਚ ਕਿੱਥੇ ਮੈਚ ਕਰੇਗੀ। ਔਰ ਇਹਨਾਂ ਕਾਨੂੰਨਾਂ ਕਰਕੇ ਕਈ ਵਾਰ ਜਿਹੜੀ ਉਡਾਨ ਭਰਨੀ ਚਾਹੁੰਦੇ ਨੇ ਨੌਜਵਾਨ, ਉਹਨਾਂ ਨੂੰ ਬੇੜੀਆਂ ਪੈ ਜਾਂਦੀਆਂ ਨੇ। ਔਰ ਕਈ ਇਦਾਂ ਦੇ ਮਸਲੇ ਜਿਹੜੇ ਮਿੰਟੋ ਮਿੰਟੀ ਹੱਲ ਹੋ ਸਕਦੇ ਨੇ ਕਾਨੂੰਨਾਂ ਦੇ ਕਾਰਨ। ਔਰ ਅੰਗਰੇਜ਼ਾਂ ਨੇ ਕਾਨੂੰਨ ਕਿਉਂ ਬਣਾਏ? ਕਿਉਂਕਿ ਇੰਡੀਆ ਗੁਲਾਮੀ ਤੋਂ ਆਜ਼ਾਦ ਹੋਣਾ ਚਾਹੁੰਦਾ ਸੀ, ਉਹਨੂੰ ਆਜ਼ਾਦੀ ਤੋਂ ਰੋਕਣ ਵਾਸਤੇ। ਔਰ ਇਹ ਕਾਨੂੰਨ ਵਾਕਈ ਆਜ਼ਾਦ ਮੁਲਕ ਵਾਸਤੇ ਹੈ ਹੀ ਨਹੀਂ।
ਨਾ ਇਹ ਤੇ ਆਜ਼ਾਦ ਮੁਲਕ ਦੇ ਵਾਸੀਆਂ ਨੂੰ ਗੁਲਾਮ ਬਣਾਉਣ ਵਾਸਤੇ ਸੀ, ਗੁਲਾਮ ਬਣਾਓ। ਤਾਂ ਹੀ ਅੰਗਰੇਜ਼ਾਂ ਨੇ ਬਣਾਏ ਸੀ। ਆਹ। ਹੁਣ ਇਹ ਅੰਗਰੇਜ਼ਾਂ ਦੇ ਬਣਾਏ ਕਾਨੂੰਨ ਅੱਜ ਦੇ ਜ਼ਮਾਨੇ ਦੇ ਮੁਤਾਬਿਕ ਚੱਲ ਹੀ ਨਹੀਂ ਸਕਦੇ। ਹਾਂ। ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਔਰ ਅੱਗੇ ਕਹਿੰਦੇ ਆ ਕਿ ਅਸੀਂ ਤੀਸਰੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨੀ ਹੈ, ਇਸ ਤਰ੍ਹਾਂ ਦੀ ਗੱਲ ਕਰਦੇ ਆ। ਚਲੋ ਅਸੀਂ ਆਪਾਂ ਸਿੱਧੀ ਗੱਲ ਕਰੀਏ, ਨੰਬਰ ਦੇ ਗੇਮ ਤੋਂ ਬਾਹਰ ਆ ਕੇ ਅਸੀਂ ਸਿੱਧੀ ਗੱਲ ਕਰੀਏ ਕਿ ਅਸੀਂ ਤਰੱਕੀ ਕਰਨੀ ਹੈ, ਹਾਂ। ਤਾਂ ਫਿਰ ਜਿਹੜੀਆਂ ਬੇੜੀਆਂ ਪਈਆਂ ਹੋਈਆਂ ਪੁਰਾਣੇ ਕਾਨੂੰਨਾਂ ਦੀਆਂ, ਖੋਖਲੇ ਬੋਧੇ ਕਾਨੂੰਨ ਜੋ ਸਾਡੇ ਕਿਸੇ ਕੰਮ ਦੇ ਨਹੀਂ, ਵਾਕਈ ਇਹਨਾਂ ਨੂੰ ਚੇਂਜ ਹੋਣਾ ਚਾਹੀਦਾ। ਔਰ ਇਹ ਵੈਸੇ ਜਦੋਂ ਲਾ ਹੁੰਦਾ, ਜਦੋਂ ਐਡਵੋਕੇਟ ਬਣਦੇ ਮੁੰਡੇ ਜਿਹੜੀ ਲਾ ਦੀ ਡਿਗਰੀ ਕਰਦੀ ਹੈ, BA LLB ਆ, ਹੈ ਨਾ, ਉਹਦੇ ਤੋਂ ਹਾਇਰ ਜਿਹੜੀਆਂ ਹੋਰ ਵੀ ਹੈਗੀਆਂ, ਕਿਉਂ ਨਹੀਂ ਪਹਿਲਾਂ ਉਹਨੂੰ ਸਿਲੇਬਸ ਹੀ ਲਾਉਣਾ ਚਾਹੀਦਾ ਸੀਗਾ। ਸਿਲੇਬਸ ਦੇ ਰਾਹੀਂ ਪੜ੍ਹਦੇ ਬੱਚੇ, ਹੁਣ ਜਿਹੜੇ ਪਹਿਲੇ ਵਕੀਲ ਬੈਠੇ ਆ, ਜਿਹੜੇ ਕੋਰਟ ਦੇ ਵਿੱਚ ਬੈਠੇ ਆ, ਉਹਨਾਂ ਦੇ ਕੋਰਟ ਦੇ ਵਿੱਚ ਕੇਸ ਲੋਕਾਂ ਦੇ ਅਗੇਂਸਟ ਦਰਜ ਹੈਗੇ ਆ, ਉਹ ਕੋਰਟ ਕੇਸ ਤਾਂ ਉਹਨਾਂ ਪਹਿਲੀਆਂ ਕੇਸਾਂ ਦੇ ਅਗੇਂਸਟ ਹੈਗੇ ਆ, ਪਹਿਲੀਆਂ ਧਾਰਾਵਾਂ ਦੇ ਅੰਦਰ। ਜੇ 302 ਦਾ ਕਤਲ ਹੈਗਾ, ਜਿਹੜਾ ਕਤਲ ਕੀਤਾ ਹੈਗਾ, ਉਹਦੇ 'ਚ ਗਵਾਹੀਆਂ, ਉਹਦਾ ਸਾਰਾ ਕੁਝ ਹੋਊਗਾ, ਇੱਕਦਮ ਬਦਲਣਾ ਹਫੜਾ ਦਫੜੀ ਹੋਊਗੀ, ਵਕੀਲਾਂ ਨੂੰ ਵੀ ਨਹੀਂ ਪਤਾ ਲੱਗੂਗਾ। ਪਹਿਲਾਂ ਸਿਲੇਬਸ 'ਚ ਦਿੱਤਾ ਜਾਣਾ ਚਾਹੀਦਾ ਸੀ, ਉਹ ਪੜ੍ਹ ਕੇ ਆਉਂਦੇ, ਫਿਰ ਉਹਨਾਂ ਨੂੰ ਲੋਕਾਂ ਨੂੰ ਸਮਝਾਉਂਦੇ, ਐਡ ਹੁੰਦੀ, ਲੋਕਾਂ ਤੱਕ ਜਾਂਦਾ, ਬੱਚਿਆਂ ਨੂੰ ਸਮਝ ਹੁੰਦੀ, ਸਾਰਿਆਂ ਨੂੰ ਕਾਨੂੰਨ ਬਾਰੇ ਹੁੰਦੀ, ਇੰਡੀਅਨ ਪੈਨਲ ਕੋਡ ਬਾਰੇ ਪਹਿਲਾਂ ਇੰਟਰੋਡਿਊਸ ਹੋ ਜਾਂਦਾ। ਇੱਕਦਮ ਬਿੱਲ ਜਿਹੜਾ ਪਾਸ ਕਰਨਾ ਫੌਰੀ ਤੌਰ 'ਤੇ, ਇਹ ਵੀ ਜਿਹੜੀ ਹੈਗੀ ਆ ਅਗਲਵੰਡੀ ਹੋ ਕੇ ਜਾਂ ਜਲਦੀ ਜਿਹੜਾ ਕਰਨਾ ਹੈਗਾ, ਉਹ ਕਾਹਲੀ ਅੱਗੇ ਟੋਏ ਵਾਲੀ ਗੱਲ ਹੁੰਦੀ ਆ। ਲੋਕਾਂ ਨੂੰ ਸਮਝ ਨਹੀਂ ਅਜੇ ਆ ਰਹੀ, ਲੋਕਾਂ ਨੂੰ ਪਤਾ ਨਹੀਂ ਹੈਗਾ, ਅਖਬਾਰਾਂ ਨੇ ਕੀ ਦੱਸ ਦੇਣਾ ਹੈਗਾ, ਔਰ ਕਨਸਟੀਟਿਊਸ਼ਨ ਦੀਆਂ ਧਾਰਾਵਾਂ ਪੜ੍ਹਨ ਲੱਗੇ ਬੱਚਿਆਂ ਨੂੰ ਕੀ ਪਤਾ ਲੱਗੂਗਾ। ਸਿਲੇਬਸ ਅੱਗੇ ਸਿਵਿਕਸ ਹੁੰਦੀ ਸੀ, ਪੋਲੀਟੀਕਲ ਸਾਇੰਸ ਹੁੰਦੀ ਸੀ, ਹਿਸਟਰੀ ਹੁੰਦੀ ਸੀ, ਉਹ ਪਹਿਲਾਂ ਸਿਲੇਬਸ 'ਚੋਂ ਸਾਰੀਆਂ ਕੱਢ ਲਈਆਂ ਗਈਆਂ, ਜਿਹਦੇ 'ਚ ਕਮਰਸ ਆ ਗਿਆ, ਸਾਇੰਸ ਆ ਗਈ, ਫਿਜ਼ਿਕਸ ਆ ਗਈ, ਕੈਮਿਸਟਰੀ ਆ ਗਈ। ਉਹ ਤਾਂ ਜੇ ਅੰਗਰੇਜ਼ਾਂ ਵਾਲੇ ਕੰਮ ਚੱਲ ਰਿਹਾ ਸਾਡੇ ਸਿਲੇਬਸ ਦੇ ਵਿੱਚ, ਤੇ ਇਹਦੇ ਵਿੱਚ ਪਾਰਲੀਮੈਂਟ 'ਚ ਅਸੀਂ ਬਦਲ ਦਿੱਤਾ, ਇੰਡੀਅਨ ਪੈਨਲ ਕੋਡ ਬਦਲ ਦਿੱਤਾ। ਸਿਲੇਬਸ ਕਿਉਂ ਨਹੀਂ ਬਦਲਿਆ ਗਿਆ ਬੱਚਿਆਂ ਦਾ, ਜਿਹ 'ਚ ਲਾ ਆਉਂਦਾ, ਸਿਵਿਕਸ ਦੇ ਵਿੱਚ ਸਾਰਾ ਕੁਝ ਹੁੰਦਾ, ਕਨਸਟੀਟਿਊਸ਼ਨ ਕੀ ਆ, ਫੰਡਾਮੈਂਟਲ ਰਾਈਟਸ ਕੀ ਹੈਗੇ ਆ, ਉਹ 'ਚ ਤੁਹਾਡੀਆਂ ਡਿਊਟੀਜ਼ ਕੀ ਹੈਗੀਆਂ, ਉਹਦੇ 'ਚ ਤੁਹਾਡੇ ਜਿਹੜੇ ਆ ਵਿਕੇਂਦਰੀਕਰਨ ਕੀ ਹੈਗਾ, ਡੀਸੈਂਟਰਲਾਈਜੇਸ਼ਨ ਕੀ ਹੈਗੀ ਆ, ਉਹਦੇ ਵਿੱਚ ਸਾਰੀਆਂ ਧਾਰਾਵਾਂ ਦਾ ਵੀ ਪਤਾ ਲੱਗਦਾ, ਕਨਸਟੀਟਿਊਸ਼ਨ ਬਾਰੇ ਵੀ ਹੁੰਦਾ। ਉਹ ਬੱਚਿਆਂ ਨੂੰ ਅਜੇ ਪੜ੍ਹਾਇਆ ਤਾਂ ਪਤਾ ਪਹਿਲੋਂ ਆ ਗਿਆ। ਜਿਨ੍ਹਾਂ ਨੇ ਦੇਸ਼ ਦੀ ਵਾਗਡੋਰ ਸੰਭਾਲਣੀ ਆ, ਰਾਜਨੀਤੀ ਨੂੰ ਸੰਭਾਲਣਾ, ਆਉਣ ਵਾਲੀ ਕਮਿੰਗ ਜਨਰੇਸ਼ਨ ਹੈਗੀ ਆ, ਉਹਨਾਂ ਨੂੰ ਤਾਂ ਇਹਦਾ ਚਾਨਣ ਹੋਣਾ ਚਾਹੀਦਾ ਨਾ। ਅਸੀਂ ਲੋਕ ਬਜ਼ੁਰਗ ਹੈਗੇ, ਅਸੀਂ ਇਹ ਸਾਰਾ ਕੁਝ ਫਿਰ ਬਦਲ ਰਹੇ ਹਾਂ। ਅਸੀਂ ਤਾਂ ਅੰਗਰੇਜ਼ਾਂ ਵਾਲੇ ਕਨਸੈਪਟ 'ਚ ਹੀ ਬਦਲ ਦਿੱਤਾ। ਨਵੇਂ ਕਾਨੂੰਨ ਦੇ ਵਿੱਚ ਨਵੇਂ ਬੱਚੇ ਕੀ ਗੱਲ ਕਹਿਣਾ ਚਾਹੁੰਦੇ ਆ, ਇਹ ਪਹਿਲੋਂ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਸੀ। ਯੂਥ ਵੈਲਫੇਅਰ ਵਾਲੇ ਮੁੰਡੇ ਜਿਹੜੇ, ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ ਸੀਗਾ। ਵਿੰਗ ਬਣੇ ਯੂਥ ਦੇ, ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ ਸੀ ਵੀ ਅਸੀਂ ਆਹ ਬਦਲ ਕਰ ਰਹੇ ਹਾਂ। ਉਹਨਾਂ ਵਿੱਚ ਮੰਤਰੀ ਵੀ ਨੌਜਵਾਨ ਹੈਗੇ, ਉਹਨਾਂ ਦੀ ਸਲਾਹ ਲੈਣ ਦਿੰਦੇ। ਜਿਹੜੇ ਹੁਣ ਸਠਿਆਏ ਆ ਬੰਦੇ, ਉਹਨਾਂ ਨੇ ਕੀ ਨਵਾਂ ਕਾਨੂੰਨ ਦੇ ਦੇਣਾ ਤਾਂ ਕੀ ਕੁਝ ਕਰ ਦੇਣਾ। ਇਹਦੇ ਵਿੱਚ ਤਾਂ ਸਾਰਾ ਕੁਝ ਫਿਰ ਵੀ ਇਹ 'ਚ ਰੱਦੋ ਬਦਲ ਦਾ ਆਕਾਂਸ਼ਾ ਰਹੂਗੀ। ਬਿਲਕੁਲ ਜੀ, ਰੱਦੋ ਬਦਲ ਹੋਣੀ ਚਾਹੀਦੀ ਹੈ। ਜਿਸ ਚੀਜ਼ ਦੀ ਲੋੜ ਹੋਵੇ ਉਹ ਬਦਲਾਅ ਆਉਣੇ ਹੀ ਚਾਹੀਦੇ ਨੇ। ਜੀ। ਆਹ ਕੀ ਮਾਮਲਾ ਹੋ ਗਿਆ? ਰਾਘਵ ਚੱਡਾ ਨੂੰ ਰਾਜ ਸਭਾ ਤੋਂ ਸਸਪੈਂਡ ਕਰਤਾ, ਕੋਈ ਜਾਲੀ ਦਸਖਤ, ਇਹ ਕਿਹੜਾ ਮਾਮਲਾ? ਜਾਲੀ ਦਸਖਤ ਕਿੱਥੇ ਚਲੇ ਗਏ ਉੱਥੇ? ਨਹੀਂ, ਇਹਨਾਂ ਨੇ ਪਹਿਲਾਂ ਤਾਂ ਇੱਕ ਪੱਤਰਕਾਰ ਸੰਮੇਲਨ ਮੀਟਿੰਗ ਕੀਤੀ ਸੀ, ਉਹਦੇ ਵਿੱਚ ਵੀ ਇਹਨਾਂ ਨੇ ਪ੍ਰੈਸ ਮੀਟਿੰਗ ਕੀਤੀ ਸੀ, ਉਹਦੇ 'ਚ ਕੋਈ ਸਾਈਨ ਵੀ ਇਹਨਾਂ ਨੇ ਗਲਤ ਕੀਤੇ ਸੀ, ਔਰ ਜਿਹੜਾ ਵੀ ਸਮਾਗਮ ਵਿੱਚ ਹੋਇਆ ਸੀਗਾ ਉਹਦਾ ਇਹਨਾਂ ਨੇ ਡਿਸਕਲੋਜ਼ ਕਰ ਦਿੱਤਾ ਸੀ ਸਾਰਾ ਕੁਝ, ਜਿਹੜਾ ਅਜੇ ਤੱਕ ਫਾਈਨਲ ਨਹੀਂ ਸੀ ਹੋਇਆ। ਜਿਹੜਾ ਕੁਝ ਮੰਤਰੀ ਮੰਡਲ ਦੀ ਮੀਟਿੰਗ 'ਚ ਹੁੰਦਾ, ਤੇ ਇਹ ਹੈਗੇ ਰਾਜ ਸਭਾ ਦੇ ਪੰਜਾਬ ਵੱਲੋਂ ਮੈਂਬਰ, ਔਰ ਉਹਦੇ ਤੋਂ ਪਹਿਲਾਂ ਉਹਨਾਂ ਨੇ ਸਾਰਾ ਕੁਝ ਜਿਹੜੇ ਲੀਗਲ ਮੇਕਰ ਨੇ, ਉਹਨਾਂ ਨੇ ਆਪਣੇ ਇਕੱਠੇ ਹੋ ਕੇ ਮੰਤਰੀ ਮੰਡਲ ਦੀ ਮੀਟਿੰਗ ਕਰਕੇ ਇਹਨਾਂ ਨੂੰ ਤੋਂ ਸਸਪੈਂਡ ਨਿਲੰਬਿਤ ਕਰ ਦਿੱਤਾ ਕਿ ਇਹਨਾਂ ਨੂੰ ਤੋਂ ਕੱਢੋ ਜਿੰਨੇ ਦੇਰ ਤੱਕ ਸੈਸ਼ਨ ਹੋ ਰਿਹਾ। ਪਹਿਲੋਂ ਰਾਹੁਲ ਗਾਂਧੀ ਜੀ ਗਏ ਸੀ, ਉਹ ਅਜੇ ਵਾਪਸ ਆਏ ਆ, ਤੇ ਇਹ ਕੱਢੇ ਗਏ। ਇਹਦੇ ਪਹਿਲਾਂ ਸੁਸ਼ਾਂਤ ਜਿਹੜੇ ਹੈਗੇ ਨੇ ਰਿੰਕੂ ਜੀ ਉਹਨਾਂ ਨੂੰ ਵੀ ਕੱਢਿਆ। ਉਹਨਾਂ ਨੇ ਕੋਈ ਕਾਗਜ਼ ਪਾੜ ਦਿੱਤੇ ਸੀਗੇ, ਪਤਾ ਨਹੀਂ, ਜਾਂ ਇਹਨਾਂ ਨੂੰ ਉਹਨਾਂ ਨੇ ਵਿਧਾਨ ਸਭਾ ਸੇਵਾਵਾਂ, ਜਿਹੜੀਆਂ ਦਿੱਲੀ ਸੇਵਾਵਾਂ ਦਾ ਐਕਟ ਬਿੱਲ ਪਾਸ ਹੋਇਆ ਸੀਗਾ, ਜਦੋਂ ਉਹਨਾਂ ਨੂੰ ਦਿੱਤਾ ਗਿਆ ਸੌਂਪੇਗਾ, ਉਹਨਾਂ ਨੇ ਪਾੜ ਕੇ ਸੁੱਟ ਦਿੱਤਾ ਉਹ। ਔਰ ਇਹਦੇ ਵਿੱਚ ਜਾਂ ਤਾਂ ਜਿਹੜੀਆਂ ਮਰਿਆਦਾ ਨੇ, ਰੂਲ ਐਂਡ ਰੈਗੂਲੇਸ਼ਨ ਆ, ਉਹਦੇ ਵਿੱਚ ਜਿਹੜੀ ਉੱਥੋਂ ਦੀ ਜਿਹੜੀ ਮਰਿਆਦਾ ਵਾ, ਉਹਨੂੰ ਤੋੜਨਾ ਵੀ ਲਾਜ਼ਮੀ ਨਹੀਂ, ਤੋੜਨਾ ਨਹੀਂ ਚਾਹੀਦਾ। ਉਹਦੇ 'ਤੇ ਇਹਨਾਂ ਨੇ ਉਹ ਬਲੇਮ ਕਰਕੇ ਇਹਨਾਂ ਨੂੰ ਉੱਥੋਂ ਸਸਪੈਂਡ ਕਰ ਦਿੱਤਾ। ਗਲਤੀ ਤਾਂ ਇਹਨਾਂ ਦੀ ਵੀ ਹੋ ਸਕਦੀ ਆ, ਔਰ ਹੈ ਵੀ ਹੈ। ਤੋਂ ਸੰਜੇ ਕੁਮਾਰ ਵੀ ਇੱਕ ਹੈਗੇ ਆ, ਉਹ ਵੀ ਕੱਢੇ ਆ ਕਾਂਗਰਸ ਤੋਂ। ਔਰ ਤੀਜੇ ਇਹ ਹੈਗੇ ਆ ਰਿੰਕੂ ਜੀ, ਔਰ ਤੀਜੇ ਹੋ ਗਏ ਰਾਹੁਲ ਗਾਂਧੀ ਜੀ ਕੱਢੇ ਸੀਗੇ। ਔਰ ਇਹ ਪਹਿਲੀ ਵਾਰ ਜਿਹੜਾ ਪਾਰਲੀਮੈਂਟ 'ਚ ਹੋ ਰਿਹਾ, ਪਹਿਲਾਂ ਇਸ ਤਰ੍ਹਾਂ ਦਾ ਨਹੀਂ ਸੀ ਹੁੰਦਾ ਕਿ ਇੱਕਦਮ ਉਹਨੂੰ ਬਾਹਰ ਕੱਢ ਦਿੰਦੇ ਤੇ ਉਹਦੇ ਵਿੱਚ ਹੋਇਆ, ਇਹਦੇ ਵਿੱਚ ਕਰ ਸਕਦੇ ਸੀ ਗਲਤ ਕੰਮ। ਇਹ ਤੋਂ ਪਹਿਲਾਂ ਭਗਵੰਤ ਮਾਨ ਜਦੋਂ ਮੈਂਬਰ ਪਾਰਲੀਮੈਂਟ ਸੀ, ਇਹਨਾਂ ਨੇ ਵੀ ਕੋਈ ਉਹਦੀ ਵੀਡੀਓ ਵਾਇਰਲ ਕਰ ਦਿੱਤੀ ਸੀ, ਇਹਨਾਂ 'ਤੇ ਵੀ ਹੋਇਆ ਸੀ, ਪਰ ਇਹ ਮੁਅੱਤਲ ਨਹੀਂ ਸੀ ਹੋਏ, ਇਹਨਾਂ ਨੂੰ ਉੱਚੇ ਰਹਿਣ ਦਿੱਤਾ ਸੀਗਾ। ਔਰ ਹੁਣ ਜਿਹੜੀ ਆ ਪਾਰਲੀਮੈਂਟ ਸਖਤੀ ਹੋ ਗਈ ਆ, ਔਰ ਇਲੈਕਸ਼ਨ ਦਾ ਵੀ ਆ ਰਿਹਾ, ਇਸ ਕਰਕੇ ਵੀ ਲੋਕਾਂ ਤੋਂ ਇਹ ਕਹਿੰਦੇ ਕਿ ਲੋਕਾਂ ਦੇ ਵੀ ਮੂੰਹ ਦਿਖਾਉਣ ਜੋਗੇ ਨਾ ਰਹਿਣ ਕਿ ਅਸੀਂ ਗਲਤ ਕੰਮ ਤਾਂ ਕਰਦੇ ਹਾਂ। ਕੱਲ੍ਹ ਨੂੰ ਜਿਨ੍ਹਾਂ ਨੂੰ ਕੋਈ ਹੋਰ ਉਤਪਾ ਦਿੱਤਾ ਜਾਂਦਾ, ਤੇ ਕੱਲ੍ਹ ਨੂੰ ਕੀ ਸੰਭਾਲਣਗੇ? ਪਹਿਲਾਂ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਨਹੀਂ ਸੰਭਾਲੀ ਜਾਂਦੀ।
ਔਰ ਰਾਘਵ ਚੱਡਾ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਊਣਤਾਈਆਂ ਦੇ ਕੇਸ ਲੱਗੇ ਆ, ਜਿਹਦੇ ਵਿੱਚ ਇਹਨਾਂ ਨੇ ਪਾਰਲੀਮੈਂਟ ਦੀ ਜਿਹੜੀ ਸਭਿਅਤਾ ਜਾਂ ਉਹਦਾ ਕਲਚਰ ਆ ਜਾਂ ਉਹਦਾ ਜੀ ਰੂਲ ਐਂਡ ਰੈਗੂਲੇਸ਼ਨ ਆ, ਜੋ ਉਹਦੇ 'ਤੇ ਆ, ਇਹਨਾਂ 'ਤੇ ਦੋਸ਼ ਹੀ ਮੜੇ ਗਏ ਆ। ਯੰਗ ਮੁੰਡੇ ਹੈਗੇ ਆ ਕੇ ਉੱਥੇ ਕਈ ਤਰ੍ਹਾਂ ਦੀਆਂ ਬੇਹੂਦ ਗੱਲਾਂ ਵੀ ਕਰ ਦਿੰਦੇ ਆ, ਬੋਲ ਵੀ ਜ਼ਿਆਦਾ ਜਾਂਦੇ ਆ, ਬੜਾ ਕੁਝ ਹੁੰਦਾ। ਔਰ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਮੁਅੱਤਲ ਕਰ ਦਿੱਤਾ, ਕੱਢ ਦਿੱਤਾ ਗਿਆ ਔਰ ਬੈਨ ਕਰ ਦਿੱਤਾ ਗਿਆ। ਇਸ ਕਰਕੇ ਵੀ ਕੀਤਾ ਕਿ ਜ਼ਿਆਦਾ ਬੋਲਦੇ ਵੀ ਆ ਔਰ ਇਹ ਰੋਕਦੇ ਵੀ ਆ ਗੱਲ ਨੂੰ। ਉਹ ਇਸ ਗੱਲ ਦਾ ਵੀ ਖਦਸ਼ਾ ਹੁੰਦਾ ਜਿਹੜੀ ਰੂਲਿੰਗ ਪਾਰਟੀ ਆ ਕਿ ਜ਼ਿਆਦਾ ਬੋਲਣ ਵਾਲਾ ਕੌਣ ਹੈਗਾ, ਸਵਾਲ ਦੇ ਜਵਾਬ ਮੰਗਣ ਵਾਲਾ ਕੌਣ ਹੈਗਾ, ਪਹਿਲਾਂ ਉਹਦਾ ਇੱਥੋਂ ਸਫਾਇਆ ਕਰੋ, ਉਹਦੀ ਫੱਟੀ ਪੋਚੋ, ਉਹਨੂੰ ਕੱਢੋ, ਉਹ ਤਾਂ ਨਾ ਬੋਲੂਗਾ, ਬਾਕੀ ਜਿਹੜੇ ਚੁੱਪ ਕੀਤੇ ਜੇ ਹੈਗੇ ਇਹ ਬੈਠੇ ਰਹਿਣ ਦੇ, ਕੋਈ ਗੱਲ ਨਹੀਂ, ਇਹਨਾਂ ਦਾ ਕੋਈ ਖਤਰਾ ਨਹੀਂ ਹੈਗਾ। ਜਿਹੜੇ ਮੇਜ਼ ਨੂੰ ਥੱਪ ਥਪਾਉਂਦੇ ਆ, ਗੱਲ ਕਰਦੇ ਆ, ਮੂੰਹ 'ਚੋਂ ਕੁਝ ਨਹੀਂ ਕਰਦੇ, ਘੱਟ ਬੋਲਦੇ ਆ, ਜ਼ਿਆਦਾ ਬੋਲਣ ਵਾਲੇ ਤੋਂ ਡਰ ਹੁੰਦਾ ਉਹਨਾਂ ਨੂੰ ਕਿ ਲੋਕਾਂ ਤੱਕ ਅਸੀਂ ਜਵਾਬ ਕੀ ਦੇਵਾਂਗੇ, ਸਾਡੇ ਕੋਲ ਸਵਾਲ ਦਾ ਜਵਾਬ ਮੰਗਦੇ। ਲੋਕਾਂ ਨੂੰ ਸਵਾਲ ਪੁੱਛਣ ਵਾਲੇ ਪਸੰਦ ਨਹੀਂ ਆਉਂਦੇ, ਕੋਈ ਜਵਾਬ ਦੇਣਾ ਪੈਂਦਾ। ਇਹ ਸਿਰਫ ਇੰਡੀਆ ਹੀ ਆ, ਤੁਹਾਡੀ ਗੱਲ ਸਹੀ ਆ। ਇਹ ਸਵਾਲ ਜਵਾਬ ਮੰਗਦੇ। ਜਿੱਦਾਂ ਡਾਕਟਰ ਆਉਂਦਾ ਨਾ, ਡਾਕਟਰ ਨੇ ਇੱਥੇ ਆ ਕੇ ਬਿਮਾਰੀ 'ਤੇ ਗੱਲ ਕਰਨੀ ਆ, ਹੈ ਨਾ, ਉਹਨੇ ਤਾਂ ਕਹਿਣਾ ਵੀ ਹੱਡ ਪੀੜ ਦਾ ਬਿਮਾਰ ਨੂੰ ਅਸੀਂ ਆਹ ਗੱਲ ਕਰ ਰਹੇ ਹਾਂ। ਜਿਹੜਾ ਬੋਲਿਆ ਉਹਨੂੰ ਉਹਨਾਂ ਕਹਿਣਾ ਤੂੰ ਕਿਉਂ ਬੋਲਣਾ, ਤੈਨੂੰ ਕੀ ਪਤਾ, ਅਸੀਂ ਡਾਕਟਰ ਹਾਂ, ਸਾਰਾ ਕੁਝ ਆ। ਅੰਗਰੇਜ਼ ਆਸਟ੍ਰੇਲੀਆ ਚਲ ਜਾਓ, ਅਮਰੀਕਾ ਚਲ ਜਾਓ, ਆਪ ਕਹਿੰਦੇ ਆ ਵਾਟ ਯੂਅਰ ਨੈਕਸਟ ਕੁਐਸਚਨ, ਤੁਸੀਂ ਕੀ ਇੱਥੇ ਬੋਲਣਾ ਚਾਹੋਗੇ। ਉਹ ਕੁਐਸਚਨ ਪੁੱਛਦੇ ਆ, ਸਾਡੇ ਸਨੱਬ ਕਰਦੇ ਆ। ਤੁਹਾਡੀ ਗੱਲ ਸਹੀ ਹੈ, ਪਾਰਲੀਮੈਂਟ 'ਚ ਵੀ ਤਾਂ ਇਹ ਗੱਲ ਹੈਗੀ ਆ। ਉਹਦਾ ਕਾਰਨ ਇਹ ਹੈ ਨਾ ਕਿਉਂਕਿ ਜਵਾਬ ਹੈ ਨਹੀਂ ਹੈ, ਬਸ ਝੂਠੇ ਅੰਦਰੋਂ ਜਵਾਬ ਨਹੀਂ ਹੈ ਤਾਂ ਜਵਾਬ ਕੀ ਦੇਣਗੇ। ਉਹਨੇ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਕੁਐਸਚਨ ਪੁੱਛਣਾ, ਲੜੀ ਸ਼ੁਰੂ ਹੋ ਜਾਣੀ ਸਵਾਲਾਂ ਦੀ, ਤੇ ਜਵਾਬ ਹੈ ਨਹੀਂ। ਬਿਲਕੁਲ, ਹੁਣ ਕੀ ਕੀਤਾ ਜਾਵੇ। ਔਰ ਕਈ ਥਾਂ ਤੇ ਮਾਹਿਰ ਇਹ ਵੀ ਕਹਿੰਦੇ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੋਈ ਨਹੀਂ ਕੀਤੀ ਕਿਉਂਕਿ ਸਵਾਲ ਜਵਾਬ ਹੋਣੇ ਨੇ। ਉਹ ਸਭ ਕੁਝ ਜੋ ਉਹ ਬੋਲਦੇ ਨੇ, ਜੋ ਮਾਹਿਰ ਕਹਿੰਦੇ ਨੇ ਕਿ ਉਹ ਸਕ੍ਰਿਪਟਡ ਹੁੰਦਾ। ਔਰ ਜਦੋਂ ਹੁਣ ਦੇਖਿਆ ਗਿਆ ਕਿ ਅਮਰੀਕਾ ਗਏ ਨੇ, ਉੱਥੇ ਪ੍ਰੈਸ ਕਾਨਫਰੰਸ ਹੋਈ ਔਰ ਉੱਥੇ ਇਦਾਂ ਦੇ ਸਵਾਲ ਪੁੱਛੇ ਗਏ ਜੋ ਉੱਥੇ ਲੱਗਦਾ ਸੀ ਕਿ ਅਨਕੰਫਰਟੇਬਲ ਹੋ ਰਹੇ ਨੇ। ਜਿਸ ਤਰ੍ਹਾਂ ਐਕਸਪਰਟਸ ਮੰਨਦੇ ਨੇ, ਵਾਲ ਸਟਰੀਟ ਜਰਨਲ ਦੀ ਜੋ ਪੱਤਰਕਾਰ ਸੀ ਸਦੇਕੀ, ਉਹਨਾਂ ਨੇ ਜਦੋਂ ਪੁੱਛਿਆ ਹੈ ਸੋ ਉਸ ਵਕਤ ਜਵਾਬ ਨਹੀਂ ਹੈਗੇ। ਔਰ ਜੋ ਜਵਾਬ ਨੇ ਉਹ ਬਿਲਕੁਲ ਜਸਟੀਫਾਈ ਨਹੀਂ ਕਰਦੇ ਪਏ ਸਵਾਲ। ਘੱਟ ਗਿਣਤੀਆਂ ਤੇ ਸਵਾਲ ਸੀਗਾ, ਉਹਨੇ ਪੁੱਛਿਆ ਕਿ ਕੀ ਸਟੈਪ ਲੈ ਰਹੇ ਹੋ, ਇਹ ਵਾਕਈ ਹੋ ਰਿਹਾ ਉੱਥੇ, ਤੁਸੀਂ ਕੀ ਕੰਟਰੋਲ ਨਹੀਂ ਕਰ ਰਹੇ ਜੇ। ਮੇਨ ਚੀਜ਼ ਇਹੀ ਹੈ ਕਿ ਉਹ ਉਹਨਾਂ ਦਾ ਜਵਾਬ ਜਸਟੀਫਾਈ ਨਹੀਂ ਕਰ ਰਿਹਾ ਸੀ, ਜਿੱਦਾਂ ਸਾਰੇ ਸਿਆਣੇ ਲੋਕ ਮੰਨਦੇ ਨੇ। ਸੋ ਗੱਲ ਇੱਥੇ ਆਉਂਦੀ ਹੈ ਕਿ ਸਵਾਲ ਤਾਂ ਪੁੱਛੋ ਪਰ ਸਵਾਲ ਦੇ ਜਵਾਬ ਨਹੀਂ ਹੈਗੇ, ਇਸ ਕਰਕੇ ਬੰਦੇ ਨੂੰ ਸਸਪੈਂਡ ਕਰ ਦਿਓ, ਬਾਹਰ ਹੀ ਕੱਢ ਦਿਓ ਇਹਨੂੰ। ਹੁਣ ਇਹ ਚੁੱਪ ਕਰਕੇ ਬਹਿ ਜੇ ਤੇ ਆਪਣਾ ਸਮਾਂ ਬਤੀਤ ਕਰੇ ਉੱਥੇ। ਹੁਣ ਇਹਨੇ ਆਪਣੇ ਟਵਿੱਟਰ ਤੇ ਕਰ ਦਿੱਤਾ ਕਿ ਮੈਂ ਬਰਖਾਸਤ, ਮੈਂ ਉੱਥੋਂ ਸਸਪੈਂਡਡ ਹੈ MP ਇਹ ਰਾਘਵ ਚੱਡਾ ਨੇ ਨਾਂ ਲਿਖ ਦਿੱਤਾ ਉੱਥੇ। ਅੱਗੇ ਚੱਲੀਏ ਆਪਾਂ। ਗਵਰਨਰ ਸਾਹਿਬ ਕਹਿੰਦੇ ਨੇ ਪੰਜਾਬ ਦੇ ਕਿ ਪੰਜਾਬ ਵੱਡੇ ਸੰਵਿਧਾਨਕ ਤੇ ਆਰਥਿਕ ਸੰਕਟ ਵੱਲ ਵਧ ਰਿਹਾ ਹੈ। ਹਾਂ, ਰੀਸੈਂਟਲੀ ਇਹਨਾਂ ਦੀ ਇੱਕ ਇੰਟਰਵਿਊ ਹੋਈ ਆ ਲੋਕਲ ਅਖਬਾਰ ਦੇ ਵਿੱਚ, ਅਜੀਤ ਪੰਜਾਬੀ 'ਚ। ਉਹ 'ਚ ਸਤਨਾਮ ਮਾਣਕ ਔਰ ਉਹਨਾਂ ਦੇ ਨਾਲ ਹੋਰ ਵੀ ਬੈਠੇ ਨੇ ਪੱਤਰਕਾਰ, ਔਰ ਉਹਨਾਂ ਨੂੰ ਜਦੋਂ ਪੰਜਾਬ ਦੇ ਬਾਰੇ ਪੁੱਛਿਆ ਗਿਆ ਕਿ ਪੰਜਾਬ ਵਿੱਚ ਹਾਲਾਤ ਕੈਸੇ ਨੇ ਪੰਜਾਬ ਦੀ ਵਿਕਾਸ ਲਈ, ਔਰ ਪੰਜਾਬ ਨੂੰ ਦੀ ਜਿਹੜੀ ਇਸ ਵੇਲੇ ਹੜ੍ਹ ਪੀੜਤ ਨੇ ਉਹਨਾਂ ਲਈ ਜੋ ਤੁਸੀਂ ਕਹਿਣਾ ਚਾਹੋਗੇ, ਔਰ ਤੁਸੀਂ ਗਵਰਨਰ ਸਾਹਿਬ ਜੀ ਤੁਹਾਡੇ ਵਿਚਾਰ ਵਿੱਚ ਕੀ ਆ ਗਿਆ, ਉਹ ਇੱਕਦਮ ਭੜਕ ਉੱਠੇ। ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਆਰਥਿਕਤਾ ਵਿੱਚ ਜੋ ਵਿਘਨ ਪੈ ਗਿਆ, ਆਰਥਿਕਤਾ ਇਸ ਵੇਲੇ ਡਗਮਗਾ ਰਹੀ ਆ, ਔਰ ਉਹਦੇ ਵਿੱਚ ਜਿਹੜੇ ਸੰਵਿਧਾਨ ਆ ਉਹਦੇ 'ਤੇ ਵੀ ਜਿਹੜੀ ਦਿੱਤੀ ਜਿਹੜੀ ਸਹੂਲਤਾਂ ਦੇਣ ਦੀ ਕਾਰਗੁਜ਼ਾਰੀ ਆ ਉਹਦੇ ਵਿੱਚ ਕੋਈ ਅਸਰ ਨਹੀਂ, ਉਹ ਬੇਅਸਰ ਹੈ। ਪੰਜਾਬ ਇਸ ਵੇਲੇ ਤਰੁੱਟੀਆਂ 'ਚੋਂ ਨਿਕਲ ਰਿਹਾ, ਪੰਜਾਬ ਦੇ ਵਿੱਚ ਜੋ ਕੁਝ ਅਸੀਂ ਚਾਹੁੰਦੇ ਸੀ ਨਹੀਂ ਹੋ ਰਿਹਾ। ਉਹਨਾਂ ਨੇ ਵਿਅਕਤੀਗਤ ਤੌਰ 'ਤੇ ਵੀ ਕਿਹਾ ਕਿ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ, ਇਹਨਾਂ ਨੂੰ ਸੰਵਿਧਾਨ ਦਾ ਸ਼ਾਇਦ ਪਤਾ ਨਹੀਂ ਹੈਗਾ। ਜੇਕਰ ਇਹ ਕਹਿੰਦੇ ਇਸ ਗੱਲ ਤੋਂ ਨਾ ਮੁੜੇ ਜਾਂ ਇਹਨਾਂ ਇਸ ਗੱਲ ਤੋਂ ਮੁਨਕਰ ਰਹੇ ਤਾਂ ਮੈਂ ਸਾਰੀ ਜਿਹੜੀ ਪੜਤਾਲ ਆ ਉਹ ਰਾਸ਼ਟਰਪਤੀ ਨੂੰ ਲਿਖੂੰਗਾ, ਪ੍ਰਧਾਨ ਮੰਤਰੀ ਨੂੰ ਲਿਖੂੰਗਾ। ਔਰ ਇਹ ਅਖਬਾਰਾਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬੋਲਣਾ ਜਾਂ ਇਸ ਤਰ੍ਹਾਂ ਦੀ ਗੱਲ ਕਰਨਾ ਵਿਅਕਤੀਗਤ ਤੌਰ 'ਤੇ ਜ਼ਿਆਦਾ ਵੀ ਖੁਸ਼ਗਵਾਰ ਨਹੀਂ। ਕਿ ਅੱਗੇ ਤਾਂ ਲੋਕਾਂ ਨੂੰ ਪਤਾ ਹੈ, ਸਾਰੀ ਹਕੂਮਤ ਨੂੰ, ਸਾਰੇ ਲੋਕਾਂ ਨੂੰ, ਮੰਤਰੀ ਮੰਡਲ ਨੂੰ ਪਤਾ ਕਿ ਇਹਨਾਂ ਦਾ ਇੱਟ ਫੜਿੱਕਾ ਚੱਲ ਰਿਹਾ, ਜਿਹਨੂੰ ਪੰਜਾਬੀ 'ਚ ਕਹਿੰਦਾ ਟਕਰਾਅ ਹੋ ਰਿਹਾ। ਇਹ ਇੱਕ ਦਾ ਜਿਹੜਾ ਮੂੰਹ ਪੱਛਮ ਵਾਲਾ ਤੇ ਦੂਜੇ ਦਾ ਪੂਰਬ ਵਾਲਾ। ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਉਹ ਇਹਨਾਂ ਨਾਲ ਨਹੀਂ ਗੱਲ ਕਰਦੇ ਤੇ ਇਹ ਭਗਵੰਤ ਮਾਨ ਨਾਲ ਨਹੀਂ ਕੋਈ ਗੱਲ ਕਰਦੇ, ਔਰ ਇਹਨਾਂ ਦਾ ਕੋਈ ਗੱਠਜੋੜ ਨਹੀਂ, ਕੋਈ ਇਹਨਾਂ ਦੀ ਮੇਲ ਜੋਲ ਨਹੀਂ। ਔਰ ਜਿਹੜੀ ਫਾਈਲ ਉਹ ਇਹਨਾਂ ਵੱਲ ਭੇਜਦੇ ਆ, ਇਹ ਵਾਪਸ ਰਿਜੈਕਟ ਕਰਕੇ ਇੱਧਰ ਭੇਜ ਦਿੰਦੇ ਆ। ਇਹ ਵਿਘਨ, ਇਹ ਸਾਰਾ ਕੁਝ ਵਿਘਨ ਜਿਹੜਾ ਹੈਗਾ ਇਹ ਲੋਕਾਂ ਨੂੰ ਝੱਲਣਾ ਪੈ ਰਿਹਾ। ਔਰ ਉਹਨਾਂ ਨੇ ਕੱਲ੍ਹ ਕਹਿਤਾ ਕਿ ਸੰਵਿਧਾਨ ਦੇ ਕਨਸਟੀਟਿਊਸ਼ਨ ਦੇ ਅਕੋਰਡਿੰਗ ਇਹ ਸਰਕਾਰ ਨਹੀਂ ਕੰਮ ਕਰ ਰਹੀ। ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਖਜ਼ਾਨਾ ਖਾਲੀ ਹੈਗਾ
ਔਰ ਮੈਂ ਇਹ ਵੀ ਕਹਿਤਾ ਮੈਂ ਉਹਦੇ ਤੇ ਨਹੀਂ ਸਿਫਾਰਿਸ਼ ਕਰੂੰਗਾ ਕਿ ਉਹ ਪੈਸਾ ਨਹੀਂ ਦੇ ਰਹੇ। ਕੇਂਦਰ ਸਰਕਾਰ ਨੇ ਨਹੀਂ ਵਿਕਾਸ ਕਾਰਜਾਂ ਲਈ ਪੈਸਾ ਦਿੱਤਾ। ਔਰ ਮੈਂ ਦੂਜੀ ਤਰੀਕੇ ਨਾਲ ਦਾ ਜਿਹੜਾ ਹੁਣ ਹੜ੍ਹ ਆ ਗਿਆ ਜਿਸ 'ਚ ਪੀੜਤ ਪੈਸਾ ਕਰ ਰਹੇ, ਪੈਸੇ ਲਈ ਲਾ ਰਹੇ ਆ ਆਪਣਾ ਜ਼ੋਰ ਵੀ ਸਾਨੂੰ ਪੈਸਾ ਦਿੱਤਾ ਜਾਵੇ। ਇਹ ਕਹਿੰਦੇ ਉਹਨਾਂ ਲਈ ਅਜੇ ਤੱਕ ਕੋਈ ਫੰਡ ਨਹੀਂ ਭੇਜਿਆ। ਉਹ ਲੋਕ ਮੇਰੇ ਕੋਲ ਆ ਰਹੇ, ਉਹਨਾਂ ਦੀ ਚਿੱਠੀਆਂ ਆ ਰਹੀਆਂ। ਪਰ ਜਦੋਂ ਹਕੂਮਤ ਨੇ ਕਹਿਤਾ, ਪੰਜਾਬ ਹਕੂਮਤ ਨੇ ਕਹਿਤਾ ਕਿ ਜਦੋਂ ਗਿਰਦਾਵਰੀ ਪੂਰੀ ਦੀ ਪੂਰੀ ਹੋ ਗਈ, ਜਿੱਥੇ ਜਿੱਥੇ ਪਾਣੀ ਹੈਗਾ ਲੋਕਾਂ ਕੋਲ ਜਾਣਾ ਔਖਾ ਵੀ ਹੈਗਾ, ਜਿੱਥੇ ਪਟਵਾਰੀ, ਜਿੱਥੇ ਪੱਤਰਕਾਰ, ਜਿੱਥੇ ਕੈਮਰੇ ਵਾਲੇ, ਜਿੱਥੇ ਤਹਿਸੀਲਦਾਰ ਜਾਂਦੇ ਆ, ਟਾਈਮ ਲੱਗਦਾ, ਇਟ ਵਿਲ ਟੇਕ ਸਮ ਟਾਈਮ। ਅਸੀਂ ਜ਼ਰੂਰ ਪੈਸਾ ਭੇਜਾਂਗੇ। ਸਾਰਾ ਪੰਜਾਬ ਗੌਰਮੈਂਟ ਤਾਂ ਇਸ ਗੱਲ ਤੋਂ ਮੁਨਕਰ ਨਹੀਂ। ਔਰ ਦੂਜਾ ਉਹਨਾਂ ਨੇ ਜਵਾਬ ਦਿੱਤਾ ਪੰਜਾਬ ਗੌਰਮੈਂਟ ਨੇ ਨਾਲ ਕਿ ਜਿਹੜੇ ਤੁਹਾਡੀ ਕਮੇਟੀ ਗਈ ਆ ਕੇਂਦਰ ਸਰਕਾਰ ਦੀ, ਜਿਹੜੀ ਇਸ ਵੇਲੇ ਐਨਾਲਿਸਿਸ ਕਰਕੇ ਗਈ ਆ, ਸਾਰੀ ਪੁੱਛ ਪੜਤਾਲ ਕਰਕੇ ਗਈ, ਉਹਨਾਂ ਨੇ ਕੀ ਕਰਤਾ, ਕਿਹੜੀ ਫੰਡਿੰਗ ਉੱਥੋਂ ਆ ਗਈ ਹੈ। ਔਰ ਭਗਵੰਤ ਮਾਨ ਨੇ ਕਹਿਤਾ ਮੈਂ ਹੱਥ ਅੱਡ ਕੇ ਨਹੀਂ ਮੰਗੂਗਾ, ਮੈਂ ਭਿਖਾਰੀ ਨਹੀਂ ਉਹਨਾਂ ਦਾ, ਮੈਂ ਜਿੰਨਾ ਕੁਛ ਇਹਨਾਂ ਨੂੰ ਦੇਵਾਂਗਾ ਪੰਜਾਬ ਗੌਰਮੈਂਟ ਵੱਲੋਂ ਦਊਂਗਾ, ਪੰਜਾਬ ਦੇ ਖਜ਼ਾਨੇ 'ਚ ਦਊਂਗਾ। ਔਰ ਇਹਨਾਂ ਦੀ ਜਿਹੜੀ ਇਸ ਵੇਲੇ ਤਲਖ ਅੰਦਾਜ਼ੀ ਚੱਲ ਰਹੀ ਹੈ ਦੋਵਾਂ ਦੇ ਵਿੱਚ, ਭਗਵੰਤ ਮਾਨ ਤੇ ਜਿਹੜੀ ਗਵਰਨਰ ਦੇ ਵਿੱਚ, ਗਵਰਨਰ ਦੇ ਵਿੱਚ, ਇਹ ਬਹੁਤ ਮਾੜੀ ਗੱਲ ਹੈ। ਕਿਉਂਕਿ ਉਹਨਾਂ ਨੇ ਕਹਿਤਾ ਕਿ ਮੈਂ ਇਹਨਾਂ ਦੀ ਸ਼ਿਕਾਇਤ ਪ੍ਰਧਾਨ ਮੰਤਰੀ ਔਰ ਰਾਸ਼ਟਰਪਤੀ ਕੋਲ ਲਾਊਂਗਾ ਔਰ ਮੈਂ ਦੱਸੂੰਗਾ ਕਿ ਮੇਰੀ ਗੱਲ ਨਹੀਂ ਮੰਨਦੇ। ਇਸ ਕਰਕੇ ਇਹ ਸਾਰਾ ਕੁਝ ਰੱਦੋ ਬਦਲੂਗਾ। ਇਹਦੇ ਵਿੱਚ ਇਹ ਹੈਗਾ ਕਿ ਮੁੱਖ ਮੰਤਰੀ ਤਾਂ ਬਦਲ ਨਹੀਂ ਸਕਦਾ, ਜੇ ਚਾਹਿਆ ਤੇ ਸਰਕਾਰ ਗਵਰਨਰ ਬਦਲ ਸਕਦੀ ਹੈ, ਕੇਂਦਰ ਵੀ। ਔਰ ਜੋ ਇਹ ਐਕਸਪਰਟ ਮੰਨਦੇ ਨੇ ਕਿ ਪੰਜਾਬ ਨੂੰ ਲਿਜਾਇਆ ਜਾ ਰਿਹਾ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਵੱਲ, ਸਹੀ ਗੱਲ, ਪੰਜਾਬ ਦੀ ਸਰਕਾਰ ਨੂੰ ਬਰਖਾਸਤ ਕਰਨ ਵੱਲ ਲੈ ਕੇ ਜਾਇਆ ਜਾ ਰਿਹਾ, ਇਹ ਐਕਸਪਰਟ ਇਹ ਕਿਉਂ ਮੰਨਦੇ ਨੇ? ਇਦਾਂ ਦੇ ਹਾਲਾਤ ਲੱਗਦੇ ਨੇ ਤੁਹਾਨੂੰ? ਨਹੀਂ, ਜਦੋਂ ਕਿ ਗੈਂਗਵਾਦ ਆਇਆ, ਜਦੋਂ ਕਿ ਗੋਲੀਆਂ ਚੱਲਦੀਆਂ ਰਹੀਆਂ, ਮਾਰ ਕੁੱਟ ਹੋਈ, ਲੋਕਾਂ ਦੇ ਵਿੱਚ ਤਲਖ ਅੰਦਾਜ਼ੀ ਆਈ ਔਰ ਆਪੋਜੀਸ਼ਨ ਨੇ ਕਿਹਾ, ਸੁਖਬੀਰ ਬਾਦਲ ਨੇ ਕਹਿਤਾ ਕਿ ਹੁਣ ਇੱਥੇ ਰਹਿਣਾ ਔਰ ਇੱਥੇ ਬਹਿਣਾ ਔਰ ਸੌਣਾ ਔਖਾ ਹੋ ਗਿਆ। ਔਰ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ, ਵੜਿੰਗ ਸਾਹਿਬ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ, ਉਹਨਾਂ ਵੀ ਕਿਹਾ। ਉਹ ਤਾਂ ਕੋਈ ਮੂਲ ਮੁੱਦਾ ਲੱਭਦੇ ਆ ਗੱਲ ਦਾ ਕਿ ਕੀ ਕੁਛ ਹੋ ਰਿਹਾ। ਤੀਜੀ ਗੱਲ, ਉਹ ਲੈ ਕੇ ਵਫਦ ਆਪਣਾ ਗਵਰਨਰ ਸਾਹਿਬ ਕੋਲ ਵੀ ਗਏ ਸੀ, ਜਿਸ ਬਿਕਰਮਜੀਤ ਜੀ ਮਜੀਠੀਆ ਔਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ ਔਰ ਧਾਮੀ ਸਾਹਿਬ SGPC ਦੇ ਪ੍ਰੈਜ਼ੀਡੈਂਟ, ਇਹ ਵੀ ਗਏ। ਔਰ ਸਾਰੇ ਪਾਰਟੀਆਂ ਕੋਲ ਜਾਂਦੀਆਂ ਰਹੀਆਂ ਕਿ ਉਹਨਾਂ ਨੇ ਵਿੱਚੋਂ ਤੇ ਇੱਕ ਉਕਸਾਉਂਦੇ ਸੀਗੇ ਕਿ ਕੋਈ ਨਾ ਕੋਈ ਮੂਲ ਮੁੱਦਾ ਕਰਨ ਔਰ ਸੈਂਟਰ ਸਰਕਾਰ ਨੂੰ ਇਹਨਾਂ ਦੀ ਸ਼ਿਕਾਇਤਾਂ ਭੇਜਣ ਔਰ ਜੋ ਕੁਝ ਹੋਵੇ ਉਹ ਇਹਨਾਂ ਦੇ ਉਲਟ ਹੋਵੇ ਤੇ ਉਦੋਂ ਬਾਅਦ ਸਰਕਾਰ ਟੁੱਟ ਜੇ ਤੇ ਇੱਥੇ ਪ੍ਰੈਜ਼ੀਡੈਂਟ ਰੂਲ ਹੋ ਜੇ ਤੇ ਗਵਰਨਰੀ ਰਾਜ ਆ ਜੇ ਔਰ ਸਾਰੀ ਤਾਕਤ ਗਵਰਨਰ ਦੇ ਹੱਥ 'ਚ ਆ ਜੇ। ਇਹ ਵੀ ਅੱਜ ਤੋਂ ਨਹੀਂ, ਪਿਛਲੇ ਇਤਿਹਾਸ ਨੂੰ ਸੋਚੀਏ ਤੇ ਪੜ੍ਹੀਏ। ਜਦੋਂ ਪਿਛਲਾ ਹੈਗਾ ਉਦੋਂ ਵੀ ਇਦਾਂ ਹੁੰਦਾ ਰਿਹਾ, ਬਹੁਤ ਵਾਰੀ ਰਾਸ਼ਟਰਪਤੀ ਰਾਜ ਲੱਗਦਾ ਰਿਹਾ। ਪੰਜਾਬ ਵਿੱਚ ਹੋਇਆ ਵਾ ਜਦੋਂ ਮਾਰ ਧਾੜ ਹੋਈ, ਗੋਲੀ ਚੱਲਦੀ ਰਹੀ ਆ, 84 ਦੇ ਦੌਰਾਨ ਵੀ ਹੋਇਆ ਜਦੋਂ ਦੰਗੇ ਹੋਏ ਆ। ਔਰ ਇਸ ਤਰ੍ਹਾਂ ਦੇ ਫਸਾਦ ਜਿਹੜੇ ਆ ਉਕਸਾਉਣ ਲਈ ਜਿਹੜੀਆਂ ਵਿਰੋਧੀ ਪਾਰਟੀਆਂ, ਲੋਕ ਨੇ, ਗੈਂਗਵਾਦ ਨੇ, ਇੱਦਾਂ ਦੇ ਜਿਹੜੇ ਰੱਖੇ ਨੇ ਮਨਚਲੇ ਲੋਕ, ਉਹ ਸਾਰਾ ਕੁਝ ਕਰ ਦਿੰਦੇ ਆ। ਹੁਣ ਸਮੂਥਨੈਸ ਆ, ਹੁਣ ਕਿੱਦਾਂ ਸਾਰਾ ਕੁਝ ਹੋ ਗਿਆ, ਹੁਣ ਸਾਰੇ ਪਾਸੇ ਸ਼ਾਂਤੀ ਹੈ। ਕਈ ਵਾਰੀ ਗੋਲੀਆਂ ਸਾਰਾ ਕੁਝ ਚਲਾ ਕੇ ਸਾਰਾ ਕੁਝ ਨੱਥੇ ਹੋ ਜਾਂਦੇ ਆ ਔਰ ਅਸਲਾ ਵੀ ਬਾਹਰੋਂ ਆਉਂਦਾ। ਇਹ ਸਾਰਾ ਕੁਝ ਹੈਗਾ, ਇਹ ਮੈਂ ਨਹੀਂ ਕਹਿ ਰਿਹਾ, ਇਹ ਸੂਝਵਾਨ ਲੋਕ ਤੇ ਬਾਕੀ ਲੋਕ ਕਹਿ ਰਹੇ ਆ। ਔਰ ਇਹਨੂੰ ਕਰਨ ਲਈ, ਉਕਸਾਉਣ ਲਈ ਇਹਦੇ ਪਿੱਛੇ ਬਹੁਤ ਲੋਕ ਹੁੰਦੇ ਆ। ਜਵਾਨ ਬੇਰੁਜ਼ਗਾਰ ਨੇ, ਨੌਜਵਾਨ, ਇਹਨਾਂ ਨੂੰ ਦਾ ਕੋਈ ਅੱਛਾ ਮਾਰਗਦਰਸ਼ਨ ਨਹੀਂ, ਨਸ਼ੇ ਦੇ ਆਦੀ ਨੇ ਲੋਕ, ਬਹੁਤ ਕੁਛ ਇੱਥੇ ਵੱਧ ਤੋਂ ਵੱਧ ਨਸ਼ਾ ਹੈਗਾ। ਮਾਰ ਧਾੜ ਤਾਂ ਹੋਣੀ ਹੈ, ਸਨੈਚਿੰਗ ਹੋਣੀ ਆ, ਲੋਕਾਂ ਨੂੰ ਮਾਰਨਾ ਹੈਗਾ। ਰੋਜ਼ ਦੀ ਅਖਬਾਰ ਚੁੱਕ ਕੇ ਪੜ੍ਹੋ, ਕਿੰਨਿਆਂ ਨੇ ਸੁਸਾਈਡ ਕੀਤਾ, ਕਿੰਨਿਆਂ ਨੇ ਸਨੈਚ ਕੀਤਾ, ਲੋਕਾਂ ਦੀ ਪੈਸਾ ਖੋਇਆ, ਜਨਾਨੀਆਂ ਦੀ ਕਾਂਟੇ ਲਾਏ, ਹੈ ਨਾ, ਬੁਕਤੀਆਂ ਲਾਈਆਂ, ਔਰਨਾਮੈਂਟ ਲਾਏ। ਹੁਣ ਇਹ ਫਿਰ ਕਿੱਧਰ ਦੀ ਕਾਰਗੁਜ਼ਾਰੀ ਹੁੰਦੀ ਹੈ? ਕੌਣ ਹੈਗਾ? ਅਸੀਂ ਲੋਕ ਹੀ ਆ ਮਾਰਦੇ। ਫਿਰ ਗਵਰਨਰੀ ਰਾਜ ਤਾਂ ਹੋਣਾ ਹੀ ਆ, ਫਿਰ ਰਾਸ਼ਟਰਪਤੀ ਰਾਜ ਹੋਣਾ ਹੀ ਆ। ਜਦੋਂ ਸਾਡੀ ਪਬਲਿਕ ਸਾਡੇ ਕੰਟਰੋਲ ਤੋਂ ਬਾਹਰ ਹੋ ਜੇ, ਅਸੀਂ ਖੋਆ ਮਾਈ 'ਚ ਪੈ ਜਾਈਏ, ਪੈਸਾ ਇਕੱਠਾ ਕਰੀਏ ਤੇ ਖਾਈਏ, ਦੈਟ ਇਜ਼ ਓਕੇ। ਮਤਲਬ ਜੇ ਰਾਸ਼ਟਰਪਤੀ ਰਾਜ ਹੋ ਜਾਏਗਾ ਤਾਂ ਵੀ ਪੁਲਿਸ ਤਾਂ ਉਹੀ ਹੋ ਰਹਿਣੀ ਹੈ, ਬਿਲਕੁਲ, ਸਿਕਿਉਰਿਟੀ ਉਹੀ ਹੋ ਰਹਿਣੀ ਹੈ, ਨਫਰੀ ਉਹੀ ਹੋ ਰਹਿਣੀ ਹੈ, ਸਾਰੀ ਰਹਿਣੀ, ਗੈਂਗਸ ਵੀ ਉੱਥੇ ਰਹਿਣੇ ਨੇ, ਬਿਲਕੁਲ, ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹ ਵੀ ਉੱਥੇ ਰਹਿਣੇ ਨੇ। ਸਫਾਇਆ ਕਦਾ ਤੇ ਤੁਸੀਂ ਗਵਰਨਮੈਂਟ ਬਰਖਾਸਤ ਕਰ ਦਿੱਤੀ, ਓਕੇ, ਹੁਣ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ, ਸਭ ਕੁਝ ਗਵਰਨਰ ਸਾਹਿਬ ਦੇ ਹੱਥ 'ਚ ਆ ਗਿਆ। ਹੁਣ ਉਹ ਇਦਾਂ ਦਾ ਕਿਹੜਾ ਚਮਤਕਾਰ ਹੋ ਜਾਏਗਾ ਜਿਹੜਾ ਚਮਤਕਾਰ ਇਲੈਕਟਿਡ ਗਵਰਨਮੈਂਟ ਨਹੀਂ ਕਰ ਸਕੀ, ਜੋ ਚੀਫ ਮਿਨਿਸਟਰ ਆਫ ਪੰਜਾਬ ਨਹੀਂ ਕਰ ਸਕੇ, ਉਹ ਗਵਰਨਰ ਸਾਹਿਬ ਨੇ ਉਹ ਕਿਹੜਾ ਚਮਤਕਾਰ ਕਰ ਦੇਣਾ ਕਿ ਉਹਨਾਂ ਹੀ ਫੋਰਸਿਸ ਨੂੰ ਲੈ ਕੇ, ਉਹਨਾਂ ਹੀ ਆਫੀਸਰਸ ਨੂੰ ਲੈ ਕੇ, ਉਸੇ ਬਿਊਰੋਕ੍ਰੇਸੀ ਨੂੰ ਲੈ ਕੇ, ਸਭ ਕੁਝ ਉਹੀ ਨਫਰੀ, ਸਭ ਕੁਝ ਉਸੇ ਚੀਜ਼ ਨੂੰ ਲੈ ਕੇ, ਉਸੇ ਸਰਕਾਰੀ ਮਸ਼ੀਨਰੀ ਨੂੰ ਲੈ ਕੇ ਸਭ ਕੁਝ ਠੀਕ ਕਰ ਦੇਣਾ ਔਰ CM ਮਾਨ ਨਹੀਂ ਕਰ ਸਕਦੇ ਭਾਈ। ਮਤਲਬ ਇਹ ਕੀ ਜਾਦੂ ਹੋ ਜਾਏਗਾ? ਤੇ ਇਹ ਹੈਗਾ, ਇਹ ਜਿਹੜੀ ਸੋਚ ਦੀ ਗੱਲ ਕਰ ਰਹੇ, ਇਹ ਹੈਗਾ ਨਾ ਖੇਡਣਾ ਤੇ ਨਾ ਖੇਡਣ ਦੇਣਾ, ਤੇ ਗਰਾਊਂਡ ਦੇ ਵਿੱਚ ਅਸੀਂ ਉਹਨੂੰ ਤੋੜ ਭੰਨ ਕਰਨੀ ਤੇ ਉਹਦੇ ਵਿੱਚ ਸਾਰਾ ਜਿਹੜਾ ਰੱਦੋ ਬਦਲ ਕਰ ਦੇਣੀ। ਇਹ ਇਸ ਕਰਕੇ ਕਿਹਾ ਇਹਨਾਂ ਨੇ ਕਿ
ਕਿ ਹੋਵੇ ਨਾ ਹੋਵੇ, ਸ਼ਾਂਤੀ ਦਾ ਇਹਨਾਂ ਨਾਲ ਨਹੀਂ ਕੋਈ ਹੁੰਦਾ, ਸ਼ਾਂਤੀ ਬਹਾਲ ਹੁੰਦੀ ਨਹੀਂ ਹੁੰਦੀ, ਉਸੇ ਤਰ੍ਹਾਂ ਗੋਲੀਆਂ ਚੱਲਣਗੀਆਂ, ਉਸੇ ਤਰ੍ਹਾਂ ਸਾਰਾ ਕੁਝ ਹੋਗਾ। ਇਹਨਾਂ ਨੂੰ ਇਹ ਹੁੰਦਾ ਕਿ ਤਾਕਤ ਜਿਹੜੀ ਆ ਉਹ ਉਹਨਾਂ ਦੇ ਹੱਥ 'ਚ ਨਾ ਰਹੇ, ਤਾਕਤ ਸਾਡੇ ਹੱਥ 'ਚ ਆ ਜੇ, ਕੋਈ ਮਰੇ ਕੋਈ ਜੀਵੇ ਤੇ ਸੁਥਰਾ ਕੋਲ ਪਤਾਸੇ ਪੀਵੇ, ਸਾਨੂੰ ਕੋਈ ਮਤਲਬ ਨਹੀਂ ਇਹਦੇ ਨਾਲ। ਇਹ ਹੈ ਗੱਲ ਤਾਂ ਇਹੋ ਹੈ ਆ ਕਿ ਬਜਾਏ ਇਸ ਦੇ ਕਿ ਸਟੇਟ ਦੇ ਉੱਤੇ ਹੋਰ ਬੋਝ ਪਏਗਾ, ਕਿਉਂਕਿ ਡੈਮੋਕ੍ਰੈਟਿਕ ਕੰਟਰੀ ਆ, ਜਾਂ ਤੁਸੀਂ ਇਹ ਸਰਕਾਰ ਬਰਦਾਸ਼ਤ ਕਰੋਗੇ, ਉਸ ਤੋਂ ਬਾਅਦ ਬਰਖਾਸਤ ਕਰੋਗੇ ਇਸ ਸਰਕਾਰ ਨੂੰ, ਉਸ ਤੋਂ ਬਾਅਦ ਇਲੈਕਸ਼ਨਸ ਤੇ ਕਰਵਾਉਣੀਆਂ ਪੈਣਗੀਆਂ, ਬਿਲਕੁਲ ਬਿਲਕੁਲ ਫਿਰ ਹੋਰ ਖਰਚਾ। ਮਤਲਬ ਕੀ ਮਜ਼ਾ ਆ ਜਾਊਗਾ ਇਹ ਸਰਕਾਰ ਨੂੰ ਬਰਖਾਸਤ ਕਰਕੇ? ਮਸ਼ੀਨਰੀ ਤਾਂ ਹੋਈ ਹੈ, ਤਾਂ ਕਿਉਂ ਨਹੀਂ ਸਾਥ ਦੇ ਕੇ ਇਹ ਜਿਹੜੀਆਂ ਸੋਲਵ ਕਰੋ ਪ੍ਰੋਬਲਮਸ ਜਿਹੜੀਆਂ ਆਮ ਲੋਕਾਂ ਦੀਆਂ ਪ੍ਰੋਬਲਮਸ ਨੇ। ਆ ਸੋ ਇਹ ਕਿੱਧਰ ਤੁਰ ਪੈਂਦੇ ਆ ਅਸੀਂ? ਸੱਤਾ ਦਾ ਖੇਡ ਐਡਾ ਜ਼ਬਰਦਸਤ ਹੁੰਦਾ ਹੈ। ਨਹੀਂ, ਰਾਜਨੀਤੀ ਦੀ ਖੇਡ ਇਹ ਹੁੰਦੀ ਹੈ, ਰਾਜਨੀਤੀ 'ਚ ਹੁੰਦਾ ਵੀ ਅਸੀਂ ਜਿਹੜਾ ਇਹਨਾਂ ਦੇ ਹੱਥ 'ਚ ਨਹੀਂ ਤਾਕਤ ਰਹਿਣ ਦੇਣੀ, ਇਹ ਪਾਵਰ ਜਿਹੜੀ ਖਿੱਚ ਕੇ ਅਸੀਂ ਆਪਣੇ ਹੱਥ 'ਚ ਲੈਣੀ ਹੈ। ਪਾਵਰ ਆ ਗਈ ਨਾ ਜਦੋਂ ਗਵਰਨਰੀ ਰਾਜ ਤੇ ਰਾਸ਼ਟਰਪਤੀ ਰਾਜ ਹੋ ਗਿਆ, ਤੇਰਾ ਆਪਣੇ ਮੁੱਖ ਮੰਤਰੀ ਬਣ ਗਏ ਕਲਰਕ ਵਾਂਗੂ, ਉੱਥੇ ਦੇ ਉੱਥੇ ਬਹਿ ਗਏ ਆਪਣੇ ਸੈਕਟਰੀਏਟ 'ਚ, ਨਾ ਕਦੀ ਸੰਵਿਧਾਨ ਦਾ ਕੋਈ ਗੱਲਬਾਤ ਹੋਣੀ ਆ, ਨਾ ਕਦੀ ਕੋਈ ਬੈਠਕ ਹੋਣੀ ਆ, ਤੇ ਨਾ ਕੋਈ ਵਿਧਾਨ ਸਭਾ 'ਚ ਦੀ ਇਕੱਤਰਤਾ ਹੋਣੀ ਆ। ਇਹ ਵੈਸੇ ਜੋ ਸਾਰੇ ਮੰਨਦੇ ਨੇ ਵਿਦ ਡਿਊ ਰਿਸਪੈਕਟ, ਸਭ ਨੂੰ ਪੂਰੀ ਇੱਜ਼ਤ ਦਿੰਦੇ ਹੋ, ਅਸੀਂ ਕਹਿੰਦੇ ਆ ਕਿ ਇਹ ਰਾਜਨੀਤੀ ਜਿਹੜੀ ਹੈ ਨਾ ਬਿਲੋ ਦੀ ਬੈਲਟ ਹੈ, ਡਰਟੀ ਪੋਲਿਟਿਕਸ। ਸਹੀ ਗੱਲ, ਡਰਟੀ। ਸੋ ਅੱਗੇ ਆਪਾਂ ਚੱਲੀਏ। 1 ਨਵੰਬਰ ਤੋਂ 15 ਨਵੰਬਰ ਤੱਕ ਪੰਚਾਇਤੀ ਚੋਣਾਂ ਦਾ ਐਲਾਨ, ਔਰ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਭੰਗ ਹੋ ਚੁੱਕੀਆਂ ਨੇ। ਅਗਸਤ ਚੱਲਦਾ ਪਿਆ, ਸਤੰਬਰ ਆਏਗਾ, ਅਕਤੂਬਰ ਆਏਗਾ, ਫਿਰ ਨਵੰਬਰ, ਯਾਨੀ ਕਿ ਦਸੰਬਰ 'ਚ ਜਾ ਕੇ ਇਹ 3-4 ਮਹੀਨੇ ਜਿਹੜੇ ਨੇ ਬਿਲਕੁਲ ਬਲੈਂਕ ਜਾਣਗੇ। ਕੋਈ ਪਿੰਡਾਂ ਦੇ ਵਿੱਚ ਤਰੱਕੀ ਦਾ ਕੰਮ ਨਹੀਂ ਹੋਏਗਾ, ਫੰਡਾਂ ਦਾ ਇਸਤੇਮਾਲ ਨਹੀਂ ਹੋਏਗਾ, ਕੁਝ ਨਹੀਂ ਹੋਏਗਾ, ਬਲੈਕ ਆਊਟ ਆ ਬਿਲਕੁਲ ਬਲੈਕ ਆਊਟ ਖਤਮ। ਵੈਸੇ ਇਹ 4 ਮਹੀਨੇ ਪਹਿਲਾਂ ਹੀ ਇਹਨਾਂ ਨੇ ਇਹ ਸਾਰੀਆਂ ਭੰਗ ਕਰ ਦਿੱਤੀਆਂ, ਜਿਸ 'ਚ ਗ੍ਰਾਮ ਪੰਚਾਇਤ ਆ ਨਾ, ਜ਼ਿਲ੍ਹਾ ਪ੍ਰੀਸ਼ਦ ਆ, ਉਸ ਵਿੱਚ ਬਾਕੀ ਨਾਲ ਜਿਹੜੀ ਸੰਮਤੀਆਂ ਨੇ, ਪੰਚਾਇਤ ਸੰਮਤੀਆਂ, ਸਾਰੀਆਂ ਭੰਗ ਕਰ ਦਿੱਤੀਆਂ। ਵਿੱਤੀ ਪਾਵਰਾਂ ਵੀ ਇਹਨਾਂ ਕੋਲ ਖੋਲੀਆਂ ਗਈਆਂ, ਔਰ ਉਹਦੇ 'ਚ ਕੋਈ ਕਾਰਜਸ਼ੀਲ ਕੰਮ ਨਹੀਂ ਹੋਊਗਾ। ਔਰ ਸਰਪੰਚ ਵਿਚਾਰੇ ਸਿਰ ਨੂੰ ਹੱਥ ਮਾਰਦੇ ਆ, ਮੱਥੇ ਨੂੰ ਹੱਥ ਮਾਰਦੇ ਆ ਕਿ ਜਿਹੜੇ ਸਾਡੇ ਕੰਮ ਚੱਲ ਰਹੇ ਉਹ ਵਿੱਚ ਹੀ ਰੁਕ ਗਏ, ਹੁਣ ਉਹ ਕਿੱਥੋਂ ਆ ਕੇ ਪੈਸਾ ਆਊਗਾ। ਇਹਨਾਂ ਦੀ ਜਿਹੜੀ ਪੰਚਾਇਤ ਐਸੋਸੀਏਸ਼ਨ, ਉਹਨਾਂ ਨੇ ਕਿਹਾ ਕਿ ਅਸੀਂ ਰਿਟ ਜਾਰੀ ਕਰਾਂਗੇ, ਉਹਦੇ 'ਚ ਅਸੀਂ ਰੋਕਾਂਗੇ ਕਾਨੂੰਨੀ ਤੌਰ 'ਤੇ, ਔਰ ਸਟੇ ਲਵਾਂਗੇ। ਔਰ ਇਹਦੋਂ ਅੱਗੇ ਜੋ ਕੁਝ ਇਹਨਾਂ ਨੇ ਕਰ ਦਿੱਤਾ, ਇਹ ਸਿਰਫ ਇਲੈਕਸ਼ਨ ਦਾ ਮਜ਼ਬੂਆ ਹੈਗਾ ਇਹਨਾਂ ਦਾ, ਅਗਲੀ ਆਉਣ ਵਾਲੀ ਇਲੈਕਸ਼ਨ, ਕਿ ਇਹਨਾਂ ਦੀਆਂ ਆਪਣੀਆਂ ਪੰਚਾਇਤਾਂ ਬਣਨ। ਜਦੋਂ ਕਿ ਦੂਜੀਆਂ ਪੰਚਾਇਤਾਂ ਬਣੀਆਂ ਪਿੰਡਾਂ ਵਿੱਚ, ਵੋਟ ਬੈਂਕ ਨੂੰ ਅੱਗੇ ਲਿਆਉਣ ਲਈ ਇਹਨਾਂ ਨੇ ਕੰਮ ਕੀਤਾ। ਇਸੇ ਕਰਕੇ ਸਰਪੰਚ ਇਸ ਗੱਲ ਤੋਂ ਬਿਲਕੁਲ ਕੁਛ ਨਹੀਂ ਔਰ ਖਫਾ ਨਹੀਂ। ਔਰ ਇਹ ਹੁਣ ਇਹਨਾਂ ਨੇ 1 ਨਵੰਬਰ ਤੋਂ 19 ਨਵੰਬਰ ਤੱਕ ਸ਼ੁਰੂ ਕਰ ਦਿੱਤਾ, ਔਰ ਇਹਦੇ ਵਿੱਚ ਇਹ ਇਲੈਕਸ਼ਨ ਹੋ ਜੂਗੀ, ਔਰ ਇਹਦੀਆਂ ਡੇਟਾਂ ਜਿਹੜੀਆਂ ਚੋਣ ਕਮਿਸ਼ਨ ਵੱਲੋਂ ਹੋਣਗੀਆਂ, ਔਰ ਇਹ ਡੇਟ ਜਿਹੜੀਆਂ ਇਸ ਵੇਲੇ ਇਹਨਾਂ ਨੇ ਕਰ ਦਿੱਤੀਆਂ ਜਾਰੀ। ਔਰ ਉਹ ਸਾਰੇ ਲੋਕ ਜਿਹੜੇ ਆ ਖਾਲੀ ਹੱਥ ਹੋ ਕੇ ਬਹਿ ਗਏ, 4 ਮਹੀਨੇ 'ਚ ਕੋਈ ਕੰਮ ਨਹੀਂ ਕਰ ਸਕਣਗੇ। ਔਰ ਐਸੋਸੀਏਸ਼ਨਾਂ ਨੇ ਕਹਿਤਾ ਕਿ ਅਸੀਂ ਹੁਣ ਸਾਰੀਆਂ ਆਪਣੀ ਪੈਰਵਾਈ ਕਰਕੇ ਅਦਾਲਤਾਂ ਵਿੱਚ ਜਾਵਾਂਗੇ, ਔਰ ਪਿੰਡਾਂ ਦੇ ਕੰਮ ਜਿਹੜੇ ਸੀ, ਗਲੀਆਂ ਨਾਲੀਆਂ, ਪੁਲ, ਸੜਕਾਂ, ਨਹਿਰਾਂ ਬਣਦੀਆਂ ਸੀ, ਉਹ ਸਾਰੀਆਂ ਰੁਕ ਗਈਆਂ। ਔਰ ਪਹਿਲਾਂ ਵੀ ਰੁਕੀਆਂ ਪਈ ਸੀ, ਪਹਿਲਾਂ ਫੰਡ ਹੀ ਕੋਈ ਨਹੀਂ ਸੀਗਾ। ਜੇ ਫੰਡ ਥੋੜ੍ਹਾ ਬਹੁਤ ਇਕੱਠਾ ਹੋਇਆ, ਪੰਜਾਬ ਗੌਰਮੈਂਟ ਨੇ ਦਿੱਤਾ ਜਾਂ ਕਿਸੇ ਨੂੰ ਆਇਆ, ਜਾਂ NRI ਵੀਰਾਂ ਨੇ ਦਿੱਤਾ, ਪਰ ਉਹ ਹੁਣ ਸਾਰੇ ਦਾ ਸਾਰਾ ਹੀ ਉਹ ਰੁਕ ਗਿਆ। ਹੁਣ ਉਹ ਰੁਕਣ ਤੋਂ ਬਾਅਦ ਇਹਨਾਂ ਨੇ ਵਿੱਤੀ ਤਾਕਤਾਂ 'ਤੇ ਵੀ ਬੈਨ ਕਰਤਾ ਵੀ ਨਹੀਂ, ਕੋਈ ਫਾਈਨੈਂਸ਼ੀਅਲ ਪਾਵਰ ਨਹੀਂ ਇਹਨਾਂ ਦੇ ਕੋਲ ਰਹੂਗੀ। ਔਰ ਸਰਪੰਚ ਹੁਣ ਵਿਚਾਰੇ ਖਾਲੀ ਹੱਥ ਬਹਿ ਗਏ ਆ, ਔਰ ਉਹ ਖਾਲੀ ਹੱਥ ਬਹਿਣ ਨਾਲ ਇਹਨਾਂ ਨੇ ਆਪਣੇ ਵੋਟ ਬੈਂਕ ਨੂੰ ਤਾਂ ਜਿਹੜਾ ਸੁਰਖਰੂ ਕੀਤਾ ਔਰ ਪੱਕਾ ਕੀਤਾ ਵਾ। ਔਰ ਕਿਉਂਕਿ ਇਲੈਕਸ਼ਨ ਆਉਣ ਵਾਲੀ ਹੈ, ਇਹਨਾਂ ਨੇ ਆਪਣਾ ਉਹ ਪੂਰੇ ਦਾ ਪੂਰਾ ਦਾਇਰਾ ਇਕੱਠਾ ਕਰ ਲੈਣਾ। ਇਸ ਕਰਕੇ ਇਹਨਾਂ ਨੇ ਇੱਕਦਮ ਹੀ ਵੱਡਾ ਐਲਾਨ ਕਰ ਦਿੱਤਾ। ਲੋਕਾਂ ਨੂੰ ਨਹੀਂ ਸੀ ਪਤਾ, ਵਿਚਾਰੇ ਸਿੱਧੀ ਪਤਾ ਲੱਗਾ ਕਿ ਸਾਰਾ ਕੁਝ ਭੰਗ ਕਰ ਦਿੱਤਾ। ਔਰ ਉਹਦੇ ਲਈ ਪੰਜਾਬ ਦੀ ਜਿਹੜਾ ਵਿਕਾਸ ਆ, ਪੰਜਾਬ ਦੇ ਵਿਕਾਸ ਤਾਂ ਪਹਿਲਾਂ ਵੀ ਰੁਕਿਆ ਸੀ, ਹੋਰ ਰੁਕ ਜੂਗਾ। ਹਫੜਾ ਦਫੜੀ ਪੈ ਗਈ ਸਾਰੇ ਪਾਸੇ। ਸੋ ਅਸੀਂ ਇਹੀ ਅਰਦਾਸ ਕਰਾਂਗੇ ਉਸ ਪਰਮਾਤਮਾ ਅੱਗੇ ਕਿ ਸਭ ਕੁਝ ਸੁਖਾਵਾਂ ਹੋਵੇ, ਪੰਜਾਬ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ, ਪੂਰੀ ਦੁਨੀਆ ਦੇ ਵਿੱਚ ਵੀ ਸਰਬੱਤ ਦਾ ਭਲਾ ਹੋਵੇ, ਔਰ ਇਹ ਸਾਰੇ ਮਸਲੇ ਹੱਲ ਹੋਣ। ਸਾਰੇ ਜਾਣੇ ਮਿਲ ਕੇ ਕੰਮ ਕਰੀਏ ਤਾਂ ਹੀ ਹੋ ਸਕਦਾ, ਔਰ ਆਪਣੇ ਲੜਾਈ ਤੋਂ ਦੂਰ ਔਰ ਆਪਣੇ ਨਿੱਜੀ ਫਾਇਦਿਆਂ ਤੋਂ ਉੱਤੇ ਉੱਠ ਕੇ ਅਸੀਂ ਕੰਮ ਕਰ ਸਕਦੇ ਹਾਂ ਜੀ। ਸੋ ਗੁਜ਼ਾਰਿਸ਼ ਹੈ ਤੁਹਾਨੂੰ ਸਭ ਨੂੰ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ੍ਰੀ ਅਕਾਲ।